ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ, ਸਤਿਗੁਰੂ ਸਮਝਾਉਂਦੇ ਵੀ ਇਹ ਜੋ ਮਨ ਹੈ, ਹੁਣ ਇਹ ਅਸੀਂ ਮਨ ਦੀ ਖੋਜ ਕਰਨੀ। ਖੋਜਣਾ ਕੀ ਹੈ ਵੀ ਜਦੋਂ ਅਸੀਂ ਇਹ ਤਨ ਨੂੰ ਛੱਡਦੇ ਹਾਂ, ਸਰੀਰ ਨੂੰ ਛੱਡਦੇ ਹਾਂ, ਇਹ ਸਾਡਾ ਮਨ ਜਾਂਦਾ ਕਿੱਥੇ, ਅਸੀਂ ਜਾਂਦੇ ਕਿੱਥੇ। ਜਾਂ ਜਦੋਂ ਜੀਵ ਦੇਹ ਛੱਡਦਾ ਹੈ, ਜਿਹਨੂੰ ਆਪਾਂ ਕਹਿੰਦੇ ਮਰ ਗਿਆ, ਉਹ ਮਰਨ ਤੋਂ ਬਾਅਦ ਕਿੱਥੇ ਜਾਂਦਾ, ਕਿੱਥੇ ਚਲਾ ਜਾਂਦਾ। ਜਾਂ ਜਦੋਂ ਹੁਣ ਆਪਾਂ ਰੋਜ਼ ਰਾਤ ਨੂੰ ਸੌਂਦੇ, ਸੌਣ ਤੋਂ ਮਗਰੋਂ ਅਸੀਂ ਕਿੱਥੇ ਜਾਂਦੇ। ਜਦੋਂ ਇਹ ਅਸੀਂ ਤਨ ਨੂੰ ਛੱਡਦੇ, ਸਰੀਰ ਨੂੰ ਛੱਡਦੇ ਹਾਂ, ਸਾਡਾ ਮਨ ਕਿੱਥੇ ਜਾ ਕੇ ਸਮਾਉਂਦਾ। ਇਹਦੇ 'ਤੇ ਆਪਾਂ ਵਿਚਾਰ ਕਰਨੀ ਅਤੇ ਇਹ ਆਪਾਂ ਖੋਜ ਕਰਨੀ। ਮਾਰੇ ਫਰਮਾਉਂਦੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਬਈ ਭਾਈ, ਇਹ ਮਨ ਦੀ ਖੋਜ ਕਰੋ। ਬਈ ਜਦੋਂ ਤੁਸੀਂ ਇਹ ਤਨ ਨੂੰ ਛੱਡੋਗੇ, ਤੁਸੀਂ ਕਿੱਥੇ ਜਾ ਕੇ ਸਮਾਓਗੇ, ਤੁਸੀਂ ਕਿੱਥੇ ਜਾਓਗੇ। ਹੁਣ ਜਦੋਂ ਗੁਰਮੁਖਾਂ ਨੇ ਇਹਦੇ 'ਤੇ ਵਿਚਾਰ ਕੀਤੀ, ਜਿਵੇਂ ਕਿਸੇ ਜੀਵ ਨੇ ਦੇਹ ਛੱਡੀ, ਜਦੋਂ ਦੇਹ ਛੱਡੀ ਅਤੇ ਗੁਰਮੁਖ ਇਕੱਠੇ ਹੋਏ, ਵੀ ਇਹ ਜਿਹੜਾ ਤਨ ਸੀ, ਇਹ ਤਨ ਤਾਂ ਇੱਥੇ ਹੀ ਰਹਿ ਗਿਆ। ਜਿਹੜਾ ਇਹਦੇ ਵਿੱਚ ਮਨ ਵਸਦਾ ਸੀ, ਉਹ ਹੁਣ ਕਿੱਥੇ ਚੱਲਾ ਗਿਆ। ਉਹ ਬੈਠ ਕੇ ਗੁਰਮੁਖ ਇਹਦੇ 'ਤੇ ਵਿਚਾਰ ਕਰਨ ਲੱਗੇ। ਮਾਰੇ ਕਹਿੰਦੇ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਬਨ ਟੇਕ। ਕੌਣ ਮੁਆਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰ ਕਰੋ ਵਿਚਾਰਾ, ਉਹ ਤੋਂ ਚਲਤ ਪਏ। ਬਈ ਜਿਹੜਾ ਇਹਦੇ ਅੰਦਰ ਵਸਦਾ ਸੀ, ਜਿਹੜਾ ਬੋਲਦਾ ਸੀ, ਜਿਹੜਾ ਦੇਖਦਾ ਅਤੇ ਜਿਹੜਾ ਸੁਣਦਾ ਸੀ, ਜਿਹੜਾ ਸਰੀਰ ਨੂੰ ਲੈ ਕੇ ਚੱਲਦਾ ਸੀ, ਉਹ ਹੁਣ ਕਿੱਥੇ ਚਲਾ ਗਿਆ। ਹੁਣ ਇਹ ਸਰੀਰ ਕਿਉਂ ਨਹੀਂ ਬੋਲਦਾ, ਹੁਣ ਇਹ ਸਰੀਰ ਕਿਉਂ ਨਹੀਂ ਕੰਮ ਕਾਰ ਕਰਦਾ, ਕਿਉਂ ਨਹੀਂ ਚੱਲਦਾ ਫਿਰਦਾ। ਕਿਉਂਕਿ ਜਿਹੜਾ ਇਹਨੂੰ ਚਲਾਉਣ ਵਾਲਾ ਸੀ, ਉਹ ਇਹਦੇ ਵਿੱਚੋਂ ਚਲਾ ਗਿਆ। ਕਿੱਥੇ ਗਿਆ। ਇਹਦੇ 'ਤੇ ਫਿਰ ਗੁਰਮੁਖ ਬੈਠ ਕੇ ਵਿਚਾਰ ਕਰਨ ਲੱਗੇ ਵੀ ਚਲੋ ਉਹਨੂੰ ਲੱਭੀਏ ਵੀ ਗਿਆ ਤੇ ਗਿਆ ਕਿੱਥੇ। ਜਦੋਂ ਇਹਦੇ 'ਤੇ ਵਿਚਾਰ ਕੀਤੀ ਬ੍ਰਹਮ ਗਿਆਨੀਆਂ ਨੇ, ਫਿਰ ਉਹਨਾਂ ਨੇ ਦੇਖਿਆ ਵੀ ਦੋ ਰਾਹ ਨੇ, ਦੋ ਰਸਤੇ ਨੇ।
ਇੱਕ ਰਸਤਾ ਹੈ ਨਾਮ ਦਾ। ਜੇ ਤਾਂ ਇਹ ਜੀਵ ਨਾਮ ਦੇ ਨਾਲ ਜੁੜਿਆ ਸੀ, ਜਦੋਂ ਇਹਨੇ ਦੇਹ ਛੱਡੀ ਸਿੱਧਾ ਹੀ ਨਾਮ 'ਚ ਸਮਾ ਕੇ, ਇਹ ਨਾਮ ਜਾ ਕੇ ਮਾਲਕ ਸੱਚ ਪ੍ਰਕਾਸ਼ ਦੇ ਵਿੱਚ ਸਮਾਉਂਦਾ ਹੈ। ਇਹ ਵੀ ਜਾ ਕੇ ਪ੍ਰਕਾਸ਼ ਦੇ ਵਿੱਚ ਲੀਨ ਹੋ ਗਿਆ। ਇਹਦੀ ਜੋਤ ਦੇ ਵਿੱਚ ਜੋਤ ਰਲ ਗਈ ਹੈ। ਇਹ ਸਦਾ ਵਾਸਤੇ ਸੰਪੂਰਨ ਹੋ ਗਿਆ, ਇਹ ਪੂਰਾ ਹੋ ਗਿਆ। ਮਾਰੇ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ, ਵੀ ਇਹ ਤਾਂ ਪੂਰਾ ਹੋ ਗਿਆ। ਪੂਰੇ ਨੂੰ ਮਿਲ ਕੇ ਉਹਦੇ ਵਿੱਚ ਲੀਨ ਹੋ ਗਏ। ਜਿਹੜੇ ਜੀਵ ਨਾਮ ਦੇ ਨਾਲ ਨਹੀਂ ਜੁੜੇ, ਜਿਨ੍ਹਾਂ ਨੇ ਨਹੀਂ ਸਿਮਰਨ ਕੀਤਾ, ਨਹੀਂ ਇਹ ਸ਼ਬਦ ਗੁਰੂ ਨਾਮ ਦਾ ਭੇਤ ਲਿਆ, ਜਦੋਂ ਉਹ ਦੇਹ ਛੱਡਦੇ ਉਹ ਫਿਰ ਕਿੱਥੇ ਜਾਂਦੇ? ਉਹ ਉਹਦੀ ਖੋਜ ਕਰਨ ਲੱਗੇ, ਉਹਨਾਂ ਦਾ ਪਿੱਛਾ ਕਰਨ ਲੱਗੇ। ਜਦੋਂ ਦੇਖਿਆ ਬਈ ਜਿਹੜਾ ਜੀਵਨ ਨਹੀਂ ਸਿਮਰਨ ਕਰਦਾ, ਨਹੀਂ ਨਾਮ ਦੇ ਨਾਲ ਜੁੜਿਆ, ਉਹਨੂੰ ਮਨਮੁਖ ਕਹਿੰਦੇ। ਬਈ ਜਦੋਂ ਮਨਮੁਖ ਨੇ ਦੇਹ ਛੱਡੀ ਤੇ ਉਹ ਜਮਾ ਨੇ ਉਦੋਂ ਹੀ ਉਹਨੂੰ ਕਾਬੂ ਕਰ ਲਿਆ। ਜਮਾ ਨੇ ਉਹਨੂੰ ਫੜ ਕੇ ਸਜ਼ਾ ਦੇ ਕੇ ਗਾਂ ਫਿਰ ਉਹਨੂੰ ਆਕਾਰ ਦੇ ਵਿੱਚ ਭੇਜ ਦਿੱਤਾ, ਉਹਦੇ 'ਤੇ ਹੋਰ ਕੱਪੜਾ ਚੜ੍ਹਾ ਦਿੱਤਾ, ਉਹਨੂੰ ਹੋਰ ਆਕਾਰ, ਉਹਨੂੰ ਹੋਰ ਦੇਹ ਮਿਲ ਗਈ। ਹੁਣ ਮਾਰੇ ਫਿਰ ਸਾਨੂੰ ਦੱਸਣ ਲੱਗੇ ਬਈ ਇਹ ਦੋ ਰਸਤੇ ਨੇ। ਦੇਹ ਛੱਡਣ ਤੋਂ ਮਗਰੋਂ ਜਾਂ ਤਾਂ ਅਸੀਂ ਸੱਚ ਦੇ ਵਿੱਚ ਸਮਾ ਸਕਦੇ, ਜਾਂ ਅਸੀਂ ਗਾਂ ਹੋਰ ਆਕਾਰ ਦੇ ਵਿੱਚ ਹੋਰ ਕੱਪੜਾ ਸਾਨੂੰ ਚੜ੍ਹਾ ਦੇਣਗੇ, ਅਸੀਂ ਗਾਂ ਚਲੇ ਜਾਵਾਂਗੇ। ਹੁਣ ਆਪਾਂ ਨੂੰ ਕਹਿੰਦੇ ਵੀ ਅਸੀਂ ਕਿੱਧਰ ਨੂੰ ਵੱਧ ਰਹੇ ਹਾਂ? ਅਸੀਂ ਸੱਚ ਵੱਲ ਨੂੰ ਜਾ ਰਹੇ ਹਾਂ, ਮਾਲਕ ਵੱਲ ਨੂੰ, ਕਿ ਜਾਂ ਅਸੀਂ ਜਿਹੜੇ ਆਕਾਰ ਨੇ ਜੂਨਾਂ ਵੱਲ ਨੂੰ ਵੱਧ ਰਹੇ ਹਾਂ? ਹੁਣ ਇਹ ਅਸੀਂ ਫਿਰ ਖੋਜ ਕਰਨੀ ਆਪਣੇ ਆਪੇ ਮਨ ਦੀ, ਬਈ ਸਾਡਾ ਮਨ ਹੁਣ ਜਾਂਦਾ ਤੇ ਜਾਂਦਾ ਕਿੱਥੇ? ਆਪਾਂ ਨੂੰ ਆਪਾਂ ਤੋਂ ਵੱਧ ਕੋਈ ਹੋਰ ਦੂਜਾ ਜਾਣ ਨਹੀਂ ਸਕਦਾ। ਅਸੀਂ ਆਪਦੇ ਆਪ ਨੂੰ ਤਾਂ ਜਾਣ ਹੀ ਸਕਦੇ ਹਾਂ ਵੀ ਅਸੀਂ ਕੌਣ ਹਾਂ, ਅਸੀਂ ਕੀ ਕਰਦੇ ਹਾਂ, ਸਾਡਾ ਮਨ ਹੁਣ ਕਿੱਥੇ? ਹੁਣ ਮਹਾਰਾਜ ਫਿਰ ਇਸ ਲਈ ਕਹਿੰਦੇ ਹੁਣ ਇਹ ਮਨ ਦੀ ਖੋਜ ਕਰੋ ਵੀ ਜਦੋਂ ਤੁਸੀਂ ਇਹ ਦੇਹ ਨੂੰ ਛੱਡਦੇ, ਜਦੋਂ ਤੁਸੀਂ ਸੌਂਦੇ ਹੋ, ਤੁਸੀਂ ਜਾਂਦੇ ਕਿੱਥੇ ਹੋ? ਬਈ ਇਹ ਤੁਹਾਨੂੰ ਛੱਡਣ ਤੋਂ ਮਗਰੋਂ ਮਨ ਕਿੱਥੇ ਜਾਂਦਾ? ਇੱਕ ਤਾਂ ਵੀ ਜੀਵ ਸਦਾ ਵਾਸਤੇ ਦੇਹ ਛੱਡ ਜਾਂਦਾ, ਫਿਰ ਤਾਂ ਉਹ ਜਦੋਂ ਚਲਾ ਹੀ ਗਿਆ ਫਿਰ ਤਾਂ ਖੋਜ ਕਰਨੀ ਕਿਹਨੇ? ਕਿਉਂਕਿ ਜਿਹੜਾ ਖੋਜ ਕਰਨ ਵਾਲਾ ਸੀ ਜਦੋਂ ਉਹੀਓ ਗਾਂ ਜੂਨਾਂ 'ਚ ਚੱਲਾ ਗਿਆ। ਹੁਣ ਇਹ ਸਾਡੇ ਕੋਲ ਵੇਲਾ ਹੈ, ਹੁਣ ਇਹ ਸਾਡੇ ਕੋਲ ਮੌਕਾ ਹੈ, ਸਾਡੇ ਕੋਲ ਸਮਾਂ ਹੈ ਇਹ ਖੋਜ ਕਰਨ ਵਾਸਤੇ। ਹੁਣ ਆਪਾਂ ਰੋਜ਼ ਮਰਦੇ ਹਾਂ। ਇਹ ਜਿਹੜੀ ਰਾਤ ਜਦੋਂ ਆਪਾਂ ਸੌਂਦੇ ਹਾਂ, ਇਹ ਇੱਕ ਛੋਟੀ ਮੌਤ ਹੈ। ਰੋਜ਼ ਆਪਾਂ ਮਰਦੇ ਹਾਂ ਅਤੇ ਰੋਜ਼ ਫਿਰ ਜਦੋਂ ਵਾਪਸ ਇੱਧਰ ਆਉਂਦੇ ਹਾਂ ਫਿਰ ਅਸੀਂ ਜੰਮ ਪੈਂਦੇ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਖੋਜ ਕਰੋ ਵੀ ਹੁਣ ਤੁਸੀਂ ਸੌਣ ਤੋਂ ਮਗਰੋਂ ਜਾਂਦੇ ਕਿੱਥੇ, ਕਿਹੜੇ ਰਾਹ ਜਾਂਦੇ ਹੋ, ਕਿਹੜੇ ਰਸਤੇ ਵਾਪਸ ਆਉਂਦੇ ਹੋ, ਅਤੇ ਫਿਰ ਕਿੱਥੇ ਰਹਿੰਦੇ ਹੋ ਇੰਨਾ ਸਮਾਂ? ਹੁਣ ਇਹ ਜਦੋਂ ਅਸੀਂ ਖੋਜ ਕਰਾਂਗੇ, ਅਤੇ ਖੋਜ ਤਾਂ ਕਰਾਂਗੇ ਜੇ ਅਸੀਂ ਸਤ ਸੰਗਤ ਕਰਾਂਗੇ, ਕਿਉਂਕਿ ਇੱਧਰ ਨੂੰ ਜੀਵ ਦੀ ਸੋਚ ਹੈ ਜਿਹੜੀ ਉਹ ਬੰਦ ਕੀਤੀ ਹੋਈ ਹੈ। ਬੰਦ ਕਿਹਨੇ ਕੀਤੀ? ਇਹ ਕਾਲ ਨੇ, ਇਹਨਾਂ ਪੰਜਾਂ ਦੂਤਾਂ ਨੇ, ਇਹ ਕਾਲ ਦੀ ਸਰਕਾਰ ਨੇ। ਬਈ ਇਹ ਆਪਦੇ ਬਾਰੇ ਨਾ ਸੋਚਣ, ਇਹ ਇੱਧਰ ਸੰਸਾਰ ਦੇ ਬਾਰੇ ਸੋਚੀ ਜਾਣ, ਇਹ ਮੇਰੀਆਂ ਸੁੱਖ ਸਹੂਲਤਾਂ ਬਾਰੇ ਸੋਚੀ ਜਾਣ, ਇਹ ਆਪਦੇ ਆਪੇ ਦੀ ਸੋਝੀ ਨਾ ਲੈ ਲੈਣ, ਇਹਨਾਂ ਨੂੰ ਭੇਤ ਨਾ ਜੇ ਆਪਣੇ ਆਪੇ ਦਾ। ਇਸ ਵਾਸਤੇ ਫਿਰ ਜੀਵ ਸੰਸਾਰ 'ਚ ਮਰਨ ਦੀ ਗੱਲ ਨਹੀਂ ਕਰਦੇ। ਜੇ ਆਪਾਂ ਕੋਈ ਮਰਨ ਦੀ ਗੱਲ ਕਰੇ ਤਾਂ ਉਹ ਫਟਾਫਟ ਰੋਕ ਦਿੰਦੇ, ਮਰਨ ਦੀ ਗੱਲ ਨਹੀਂ ਕਰਨੀ।
ਕੋਈ ਚੰਗੀ ਗੱਲ ਕਰੋ। ਮਰਨ ਦੀ ਗੱਲ ਕਰਨੀ ਮਾੜੀ ਹੁੰਦੀ। ਹੁਣ ਮਹਾਰਾਜ ਸਾਨੂੰ ਸ਼ੁਰੂ ਹੀ ਇੱਥੋਂ ਕਰਦੇ ਮਰਨ ਤੋਂ, ਵੀ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਮਰਨ ਕਬੂਲ ਕਰੋ, ਕਿਉਂਕਿ ਅਸੀਂ ਪਹਿਲਾਂ ਹੀ ਮਰਨ ਲਿਖਾ ਕੇ ਆਏ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ, ਜੇ ਤੁਸੀਂ ਖੋਜ ਕਰਨੀ ਆਪਣੇ ਆਪੇ ਦੀ, ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਫਿਰ ਸ਼ਰਤ ਕੀ ਰੱਖੀ? ਮਹਾਰਾਜ ਫਰਮਾਉਂਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਵੀ ਪਹਿਲਾਂ ਮਰਨਾ ਕਬੂਲ ਕਰ, ਜਿਉਣ ਦੀ ਆਸ ਛੱਡ। ਹੁਣ ਸੰਸਾਰ ਦੇ ਵਿੱਚ ਤਾਂ ਜੀਵ ਦੀਆਂ ਇੱਧਰ ਆਸ਼ਾਵਾਂ ਹੀ ਇੰਨੀਆਂ ਨੇ ਵੀ ਉਹਦੀ ਸੋਚ ਹੀ ਨਹੀਂ ਇੱਧਰ ਨੂੰ ਜਾਣ ਦਿੰਦੇ, ਵੀ ਉਹ ਇੱਧਰ ਨੂੰ ਸੋਚੇ ਵੀ ਮੈਂ ਖੋਜ ਕਰ, ਬਈ ਜਾਂ ਮੈਂ ਮਰ ਕੇ ਦੇਖਾਂ, ਬਈ ਮਰਨ ਤੋਂ ਬਾਅਦ ਮੈਂ ਜਾਣਾ ਕਿੱਥੇ। ਹੁਣ ਸੰਸਾਰ ਦੇ ਵਿੱਚੋਂ ਤਾਂ ਜਿਹੜਾ ਜੀਵ ਚਲਾ ਜਾਂਦਾ, ਜਿਹਨੂੰ ਆਪਾਂ ਕਹਿੰਦੇ ਮਰ ਗਿਆ, ਹੁਣ ਉਹ ਮਰਨ ਤੋਂ ਬਾਅਦ ਕੋਈ ਆ ਕੇ ਦੱਸਦਾ ਵੀ ਉਹਦੇ ਨਾਲ ਅੱਗੇ ਕੀ ਬੀਤੀ, ਉਹਦੀ ਹਾਲਤ ਕੀ ਹੋਈ ਅੱਗੇ। ਅਤੇ ਨਾ ਹੀ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਅਸੀਂ ਕਿੰਨਾ ਵੀ ਪਿਆਰ ਕਰਦੇ ਹਾਂ ਕਿਸੇ ਨੂੰ ਵੀ, ਫਿਰ ਵੀ ਜੀਵ ਜਦ ਤੱਕ ਸਾਧ ਸੰਗਤ ਨਹੀਂ ਕਰਦਾ, ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਦਾ, ਉਹ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਜਿਹਨੂੰ ਮੈਂ ਪਿਆਰ ਕਰਦਾ ਸੀ, ਜਿਹੜਾ ਮੇਰਾ ਸੰਗੀ ਸਾਥੀ ਸੀ, ਉਹ ਹੁਣ ਕਿੱਥੇ ਚਲਾ ਗਿਆ। ਵੀ ਮੈਂ ਉਹਨੂੰ ਲੱਭਾਂ, ਮੈਂ ਉਹਦੀ ਖੋਜ ਕਰਾਂ, ਮੈਂ ਉਹਨੂੰ ਪੁੱਛਾਂ ਮਿਲ ਕੇ ਵੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ, ਇੰਨਾ ਸਮਾਂ ਤਾਂ ਸਾਡੇ ਨਾਲ ਗੁਜ਼ਾਰਿਆ, ਹੁਣ ਤੁਸੀਂ ਕਿੱਥੇ ਚਲੇ ਗਏ। ਕਿਉਂਕਿ ਉਧਰ ਨੂੰ ਜੀਵ ਦੀ ਸੋਚ ਨਹੀਂ। ਅਤੇ ਇਸ ਵਾਸਤੇ ਜੀਵ ਕੁਝ ਸਮਾਂ ਤਾਂ ਉਹਨਾਂ ਨੂੰ ਚੇਤੇ ਕਰਦੇ ਜਾਣ ਵਾਲਿਆਂ ਨੂੰ, ਕਿਉਂਕਿ ਉਹ ਵੀ ਤਾਂ ਚੇਤੇ ਕਰਦੇ ਉਹਨਾਂ ਦਾ ਕੰਮ ਰੁਕ ਜਾਂਦਾ। ਜਾਣ ਵਾਲੇ ਜੀਵ ਤੋਂ ਕੁਝ ਨਾ ਕੁਝ ਉਹਨਾਂ ਨੂੰ ਸੁੱਖ ਸਹੂਲਤਾਂ ਹੁੰਦੀਆਂ ਨੇ, ਉਹਨਾਂ ਦੇ ਨਾਲ ਜੁੜੇ ਹੁੰਦੇ, ਬੱਝੇ ਹੁੰਦੇ। ਜਦੋਂ ਸਮਾਂ ਪੈਣ ਦੇ ਨਾਲ ਉਹਨਾਂ ਦਾ ਕੰਮ ਕਾਰ ਚੱਲ ਪੈਂਦਾ, ਉਹ ਫਿਰ ਭੁੱਲਦੇ ਭੁੱਲਦੇ ਉਹਨੂੰ ਭੁੱਲ ਹੀ ਜਾਂਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜ਼ਿਆਦਾ ਕੋਈ ਮਰ ਕੇ ਜਿਉਂਦਾ ਹੋਇਆ ਹੋਵੇ, ਉਹ ਸਾਨੂੰ ਦੱਸਦਾ ਵੀ ਅੱਗੇ ਕੀ ਹੁੰਦਾ। ਹੁਣ ਸੰਸਾਰ 'ਚ ਕੋਈ ਮੁੜ ਕੇ ਆਉਂਦਾ ਨਹੀਂ, ਅਤੇ ਨਾ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜ਼ਿਆਦਾ ਕੋਈ ਮਰ ਕੇ ਜਿਉਂਦਾ ਹੋਇਆ ਹੋਵੇ, ਉਹ ਸਾਨੂੰ ਦੱਸ ਸਕਦਾ। ਹੁਣ ਮਰ ਕੇ ਜਿਉਂਦੇ ਕੌਣ ਨੇ? ਜਿਹੜੇ ਗੁਰਮੁਖ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਜਿਨ੍ਹਾਂ ਨੂੰ ਸ਼ਬਦ ਦਾ, ਨਾਮ ਦਾ ਭੇਤ ਆ ਗਿਆ, ਜਿਨ੍ਹਾਂ ਨੇ ਸ਼ਬਦ ਦੁਆਰਾ ਮਨ ਨੂੰ ਮਾਰ ਲਿਆ, ਉਹਨਾਂ ਨੂੰ ਕਹਿੰਦੇ ਵੀ ਇਹ ਜਿਉਂਦੇ ਜੀ ਮਰ ਗਏ ਨੇ, ਅਤੇ ਮਰਨ ਤੋਂ ਬਾਅਦ ਫਿਰ ਮਾਲਕ ਨੇ ਉਹਨਾਂ ਨੂੰ ਜਿਉਂਦੇ ਕਰ ਦਿੱਤਾ। ਦੁਬਾਰਾ ਫਿਰ ਉਹਨਾਂ ਦਾ ਜਨਮ ਹੋ ਗਿਆ, ਫਿਰ ਜਿਉਂਦੇ ਹੋ ਗਏ। ਅਤੇ ਮਾਲਕ ਨੇ ਐਸੇ ਜਿਉਂਦੇ ਕੀਤੇ ਦੁਬਾਰਾ ਵੀ ਹੁਣ ਦੁਬਾਰਾ ਤੁਹਾਡੀ ਮੌਤ ਨਹੀਂ ਹੋਏਗੀ, ਤੁਹਾਨੂੰ ਸਦਾ ਲਈ ਜੀਵਤ ਕਰ ਦਿੱਤਾ, ਸਦਾ ਲਈ ਅਮਰ ਕਰ ਦਿੱਤਾ। ਹੁਣ ਉਹ ਜਿਹੜੇ ਗੁਰਮੁਖ ਨੇ, ਫਿਰ ਉਹ ਸਾਨੂੰ ਦੱਸਦੇ ਵੀ ਅੱਗੇ ਕੀ ਹੁੰਦਾ। ਇਹ ਮਨ ਤੁਹਾਨੂੰ ਛੱਡਣ ਤੋਂ ਮਗਰੋਂ ਜਾਂਦਾ ਕਿੱਥੇ। ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜੇ ਭਗਤ ਨੇ ਉਹ ਮਰ ਜੀਵੜੇ ਨੇ, ਭਗਤ ਤੇਰੇ ਮਰ ਜੀਵੜੇ। ਉਹ ਜਿਉਂਦੇ ਜੀ ਮਰੇ, ਅਤੇ ਮਰ ਕੇ ਫਿਰ ਭਗਤਾਂ ਨੂੰ ਮਾਲਕ ਨੇ ਜਿਉਂਦੇ ਕਰ ਦਿੱਤਾ। ਹੁਣ ਉਹ ਫਿਰ ਆਪਾਂ ਨੂੰ ਗੁਰਮੁਖ ਦੱਸਦੇ ਵੀ ਜਦੋਂ ਹੁਣ ਅਸੀਂ ਇਹ ਤਨ ਨੂੰ ਛੱਡਦੇ, ਸਰੀਰ ਨੂੰ ਛੱਡਦੇ ਹਾਂ, ਜਦੋਂ ਆਪਾਂ ਸੌਂਦੇ ਹਾਂ, ਸੌਣ ਤੋਂ ਮਗਰੋਂ ਅਸੀਂ ਆ ਸੁੰਨ 'ਚ ਜਾਂਦੇ ਹਾਂ। ਸੁੰਨ ਕਹਿੰਦੇ ਆ ਜਿਹੜਾ ਖਾਲੀ ਖੱਲਾ। ਜਦੋਂ ਆਪਾਂ ਰਾਤ ਨੂੰ ਦੇਹ ਨੂੰ ਛੱਡ ਦਿੰਦੇ ਹਾਂ, ਦੇਹ ਨੂੰ ਛੱਡਣ ਤੋਂ ਮਗਰੋਂ ਅਸੀਂ ਇੱਥੇ ਆ ਜਾਂਦੇ ਹਾਂ,
ਅਕਾਲੀ ਖਲਾ ਦੇ ਵਿੱਚ ਆ ਜਾਣ। ਇੱਥੇ ਆ ਕੇ ਫਿਰ ਇੱਥੋਂ ਸਾਡਾ ਮਨ ਅੱਗੇ ਚੱਲਦਾ। ਜਿਹਨੂੰ ਆਪਾਂ ਕਹਿੰਦੇ ਵੀ ਮੈਨੂੰ ਸੁਪਨਾ ਆਇਆ ਸੀ, ਜਿਹੜਾ ਸੁਪਨੇ ਦੇ ਵਿੱਚ ਚੱਲਦਾ ਹੈ, ਜਿਹੜਾ ਦੇਖਦਾ, ਜਿਹੜਾ ਬੋਲਦਾ, ਜਿਹੜਾ ਸੁਣਦਾ, ਜਿਹੜਾ ਭੱਜਾ ਫਿਰਦਾ, ਉਹ ਮਨ ਹੈ। ਇਹ ਸਰੀਰ ਤਾਂ ਇੱਥੇ ਹੀ ਪਿਆ ਹੁੰਦਾ, ਇਹ ਤਾਂ ਨਹੀਂ ਚੱਲਦਾ ਰਾਤ ਨੂੰ। ਇਹਦਾ ਮਤਲਬ ਜਿਹੜਾ ਰਾਤ ਨੂੰ ਤੁਰਿਆ ਫਿਰਦਾ ਉਹ ਕੋਈ ਹੋਰ ਹੈ। ਰਾਤ ਨੂੰ ਤਾਂ ਇਹ ਆਪਣੀਆਂ ਅੱਖਾਂ ਬੰਦ ਹੁੰਦੀਆਂ। ਉਹ ਆਪਾਂ ਕਹਿੰਦੇ ਵੀ ਰਾਤ ਮੈਂ ਆਹ ਚੀਜ਼ ਦੇਖੀ ਸੀ, ਇਹਦਾ ਮਤਲਬ ਵੀ ਉਹ ਅੱਖਾਂ ਹੋਰ ਨੇ ਜਿਹੜੀਆਂ ਰਾਤ ਨੂੰ ਦੇਖਦੀਆਂ। ਆਹ ਤਾਂ ਅੱਖਾਂ ਬੰਦ ਹੁੰਦੀਆਂ। ਆਪਾਂ ਫਿਰ ਸੁਣਨ ਦੀ ਵੀ ਗੱਲ ਕਰਦੇ ਵੀ ਰਾਤ ਮੈਂ ਆਹ ਚੀਜ਼ ਸੁਣੀ, ਇਹਦਾ ਮਤਲਬ ਵੀ ਉਹ ਕੰਨ ਵੀ ਹੋਰ ਨੇ ਜਿਹੜੇ ਸੁਣਦੇ ਨੇ। ਆਹ ਤਾਂ ਕੰਨ ਬੰਦ ਹੁੰਦੇ ਰਾਤ ਨੂੰ, ਇਹ ਤਾਂ ਸੁਣਦੇ ਨੇ। ਉੱਥੇ ਆਪਾਂ ਬੋਲਦੇ ਵੀ ਹਾਂ, ਗੱਲਾਂ ਵੀ ਕਰਦੇ ਹਾਂ, ਇਹਦਾ ਮਤਲਬ ਵੀ ਉੱਥੇ ਰਚਨਾ ਵੀ ਹੋਰ ਹੈ, ਸਾਡੀ ਮੁੱਖ ਵੀ ਹੋਰ ਹੈ। ਆਹ ਮੁੱਖ ਤਾਂ ਬੰਦ ਹੁੰਦਾ, ਇਹ ਤਾਂ ਘਰਾੜੇ ਵੱਜਦੇ ਹੁੰਦੇ। ਉਹ ਫਿਰ ਸਾਡਾ ਮਨ ਹੈ, ਅਤੇ ਮਨ ਦੇ ਉੱਤੇ ਉਹ ਸੂਖਮ ਤਨ ਦਿੱਤਾ ਹੋਇਆ, ਕੋਈ ਸਰੀਰ ਵਰਗਾ ਹੀ ਹੁੰਦਾ, ਜਿਹੜਾ ਚੱਲਦਾ ਫਿਰਦਾ, ਜਿਹੜਾ ਬੋਲਦਾ, ਜਿਹੜਾ ਦੇਖਦਾ, ਉਹਨੂੰ ਮਨ ਕਹਿੰਦੇ। ਹੁਣ ਉਹ ਅਸੀਂ ਆਪਦੇ ਆਪ ਨਹੀਂ ਜਾਗੇ, ਮਤਲਬ ਵੀ ਅਸੀਂ ਆਪਦੇ ਆਪ ਜਾਗਣਾ ਨਹੀਂ ਸਿੱਖਿਆ। ਇੱਧਰੋਂ ਅਸੀਂ ਇਹ ਦੇਹ ਨੂੰ ਛੱਡਿਆ, ਸਰੀਰ ਨੂੰ। ਇਹ ਵੀ ਨਹੀਂ ਪਤਾ ਵੀ ਇਹਨੂੰ ਕਿਵੇਂ ਛੱਡਿਆ, ਕਿਉਂਕਿ ਇਹਨੂੰ ਵੀ ਅਸੀਂ ਛੱਡਣਾ ਆਪ ਨਹੀਂ ਸਿੱਖਿਆ। ਕੁਦਰਤ ਵੱਲੋਂ, ਮਾਲਕ ਵੱਲੋਂ ਸਾਨੂੰ ਇਹ ਸਰੀਰ ਨੂੰ ਛਡਾਇਆ ਜਾਂਦਾ। ਇਸ ਦੇਸ਼ ਦਾ ਜਿਹੜਾ ਮੁਖੀ ਹੈ ਉਹ ਕਾਲ ਹੈ। ਇਹ ਜਿਹੜਾ ਸਰੀਰ ਹੈ ਕਾਲ ਨੂੰ ਸੌਂਪਿਆ ਹੋਇਆ। ਇੱਧਰ ਕਾਲ ਦੀ ਸਰਕਾਰ ਹੈ, ਤ੍ਰੈ ਗੁਣ ਮਾਇਆ। ਹੁਣ ਇੱਧਰ ਜਿਹੜਾ ਖੇਲ ਚੱਲਦਾ ਇਹ ਸਾਰਾ ਵਿਚਾਰਾਂ ਦਾ ਚੱਲਦਾ, ਫੁਰਨਿਆਂ ਦਾ। ਮਾਲਕ ਦੇਖਦਾ ਵੀ ਇਹ ਹੁਣ ਗਏ ਸੀ ਪ੍ਰਦੇਸ਼ ਦੇ ਵਿੱਚ ਕਮਾਈ ਕਰਨ ਵਾਸਤੇ, ਤਾਂ ਵਾਪਸ ਹੀ ਨਹੀਂ ਮੁੜਦੇ। ਅਸੀਂ ਇੱਧਰੋਂ ਜਾਂਦੇ ਨਹੀਂ ਵਾਪਸ ਘਰ ਨੂੰ, ਕਿਉਂਕਿ ਅਸੀਂ ਘਰ ਨੂੰ ਜਾਣ ਦਾ ਰਾਹ ਭੁੱਲ ਗਏ। ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਬੇਗਾਨਾ ਦੇਸ਼, ਅਸੀਂ ਤਾਂ ਇਹਨੂੰ ਹੀ ਆਪਦਾ ਮੰਨ ਲਿਆ। ਹੁਣ ਮਾਲਕ ਜਦੋਂ ਦੇਖਦਾ ਵੀ ਹੁਣ ਘਰੇ ਮੁੜਦੇ ਨਹੀਂ ਵਾਪਸ, ਫਿਰ ਉਹ ਕਾਲ ਨੂੰ ਹੁਕਮ ਕਰਦਾ ਬਈ ਇਹਨੂੰ ਹੁਣ ਇੱਥੋਂ ਵਾਪਸ ਭੇਜ, ਵੀ ਇਹ ਤਾਂ ਆਉਂਦਾ ਨਹੀਂ ਆਪਦੇ ਆਪ, ਇਹਦਾ ਕੰਮ ਹੀ ਕਰੀ ਜਾਂਦਾ ਇੱਥੇ। ਹੁਣ ਇਹਨੂੰ ਇਹਦੇ ਵਿੱਚੋਂ ਕੱਢ ਅਤੇ ਇਹਨੂੰ ਵਾਪਸ ਭੇਜ, ਵੀ ਵਾਪਸ ਆਵੇ। ਹੁਣ ਜਿਹੜਾ ਕਾਲ ਹੈ ਉਹ ਫਿਰ ਸਾਡੇ ਸਰੀਰ ਦੇ ਵਿੱਚੋਂ, ਇਹਦੇ ਵਿੱਚੋਂ ਕਿਵੇਂ ਸਾਨੂੰ ਬਾਹਰ ਕੱਢਦਾ, ਮਨ ਨੂੰ। ਕਿਵੇਂ ਆਪਾਂ ਸੌਂਦੇ ਹਾਂ ਰਾਤ ਨੂੰ, ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਵੀ ਅਸੀਂ ਕਿਵੇਂ ਸੌਂ ਜਾਂਦੇ ਹਾਂ। ਆਪਾਂ ਤਾਂ ਅਚਨਚੇਤ ਹੀ ਸੌਂ ਜਾਂਦੇ। ਜਿਹੜੇ ਗੁਰਮੁਖ ਨੇ ਉਹ ਅਚਨਚੇਤ ਨਹੀਂ ਸੌਂਦੇ, ਉਹ ਆਪਦੇ ਆਪ ਸੌਂਦੇ, ਉਹ ਆਪਦੀ ਇੱਛਾ ਦੁਆਰਾ ਇਹ ਤੋਂ ਵੱਖ ਹੁੰਦੇ। ਇਹ ਅੰਤਰ ਹੁੰਦਾ। ਜਿਹੜਾ ਗੁਰਮੁਖ ਹੈ ਉਹਦਾ ਦੇਹ ਛੱਡਣਾ ਵੱਖਰਾ ਹੈ, ਜਿਹੜਾ ਮਨਮੁਖ ਉਹਦਾ ਵੱਖਰਾ ਹੈ। ਹੁਣ ਜਿਨ੍ਹਾਂ ਨੇ ਨਹੀਂ ਸਿੱਖਿਆ, ਕਾਲ ਨੂੰ ਜਦੋਂ ਹੁਕਮ ਕੀਤਾ ਵੀ ਇਹਨੂੰ ਵਾਪਸ ਭੇਜ, ਹੁਣ ਕਾਲ ਹੈ ਜਿਹੜਾ ਉਹ ਕੀ ਕਰਦਾ ਹੈ, ਇਹ ਜਿਹੜੇ ਸਾਡੇ ਦੋ ਨੇਤਰ ਨੇ, ਅੱਖਾਂ, ਇਹਨੂੰ ਚੰਦ ਅਤੇ ਸੂਰਜ ਦਾ ਨਾਂ ਦਿੱਤਾ ਗੁਰਬਾਣੀ ਗੁਰੂ ਵਿੱਚ। ਜਿਹੜਾ ਤਾਂ ਇਹ ਖੱਬਾ ਨੇਤਰ ਇਹਨੂੰ ਚੰਦਰਮਾ ਕਹਿੰਦੇ, ਜਿਹੜਾ ਇਹ ਸੱਜਾ ਹੈ ਇਹਨੂੰ ਸੂਰਜ ਕਹਿੰਦੇ। ਹੁਣ ਕਾਲ ਹੈ ਜਿਹੜਾ ਉਹ ਕੀ ਕਰਦਾ, ਇਸ ਸੂਰਜ ਨੂੰ ਚੰਦਰਮਾ ਦੇ ਘਰੇ ਕਰਕੇ ਇਹ ਜਿਹੜੇ ਤ੍ਰੈ ਗੁਣ ਨੇ ਇਹਨਾਂ ਨੂੰ ਭਵ ਸਾਗਰ ਕਹਿੰਦੇ, ਜਿੱਥੇ ਵਿਚਾਰ ਚੱਲਦੇ ਫੁਰਨੇ। ਇਹ ਕੀ ਕਰਦਾ, ਇਹ ਵਿਚਾਰਾਂ ਨੂੰ ਆਪਦੇ ਵਿੱਚ ਸਮਾ ਲੈਂਦਾ, ਭਵ ਸਾਗਰ ਰੋਕ ਲੈਂਦਾ, ਬੰਦ ਕਰ ਦਿੰਦਾ ਵਿਚਾਰ। ਜਿਹੜਾ ਇਹ ਸੂਰਜ ਹੈ ਇਹਨੂੰ ਚੰਦਰਮਾ ਦੇ ਘਰ ਕਰਕੇ ਇੱਥੋਂ ਦੀ ਸਾਡੇ ਮਨ ਨੂੰ ਬਾਹਰ ਕੱਢ ਦਿੰਦੇ ਵੀ ਜਾਓ। ਇਹ ਕਿਹੜੀ ਵਿਧੀ ਤਰੀਕਾ ਫਿਰ ਅਪਣਾਉਣ ਦਾ ਕਾਲ, ਉਹ ਫਿਰ ਮਹਾਰਾਜ ਗੁਰਬਾਣੀ 'ਚ ਇਸ ਬਾਰੇ ਦੱਸਦੇ ਆਪਾਂ। ਕਹਿੰਦੇ ਰਜ ਤਮ ਸਤ ਕਾਲ ਸਮਾਵੇ, ਸਸੀਅਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਬਈ ਕਾਲ ਨੂੰ ਜਦੋਂ ਮਾਲਕ ਨੇ ਹੁਕਮ ਦਿੱਤਾ ਵੀ ਇਹਨੂੰ ਬਾਹਰ ਕੱਢ, ਉਹਨੇ ਇਹ ਤਰੀਕਾ ਅਪਣਾਇਆ, ਉਹਨੇ ਵਿਧੀ ਅਪਣਾਈ।
ਉਹਨੇ ਭਵ ਸਾਗਰ ਨੂੰ ਬੰਦ ਕਰਕੇ ਸੂਰਜ ਨੂੰ ਚੰਦਰਮਾ ਦੇ ਘਰ ਕਰਕੇ ਇੱਥੋਂ ਦੀ ਰਾਹ ਦੇ ਦਿੱਤਾ ਵੀ ਬਾਹਰ ਨਿਕਲ ਜਾ ਤੂੰ ਜਾ। ਹੁਣ ਜਦੋਂ ਇੱਥੋਂ ਸਾਡੇ ਮਨ ਨੂੰ ਕੱਢ ਦਿੰਦੇ ਬਾਹਰ, ਸਾਡਾ ਜਿਹੜਾ ਦੇਸ਼ ਹੈ ਪਰਲੋਕ ਅਤੇ ਇਹ ਜਿਹੜਾ ਲੋਕ ਹੈ ਕਾਲ ਦਾ, ਇਹਦੇ ਸੈਂਟਰ ਦੇ ਵਿੱਚ ਭਵ ਸਾਗਰ ਪੈਂਦਾ, ਭਵ ਜਲ। ਸਾਡਾ ਮਨ ਸਿੱਧਾ ਹੀ ਉਹ ਭਵ ਸਾਗਰ ਦੇ ਵਿੱਚ ਜਾ ਡਿੱਗਦਾ, ਕਿਉਂਕਿ ਉਹਨੂੰ ਪਾਰ ਕਰਨਾ ਨਹੀਂ ਸਿੱਖਿਆ, ਉਹਨੂੰ ਪਤਾ ਨਹੀਂ ਵੀ ਉਹ ਤੋਂ ਪਾਰ ਕਿਵੇਂ ਲੰਘਣਾ। ਜਿਸ ਬੇੜੇ ਦੁਆਰਾ ਪਾਰ ਹੋਣਾ ਸੀ ਉਹ ਬੇੜੇ ਦਾ ਭੇਤ ਨਾਮ ਦਾ, ਨਾਮ ਨੂੰ ਬੇੜਾ ਕਹਿੰਦੇ, ਬੋਹਿਤ। ਉਹ ਬੋਹਿਤ ਦਾ ਭੇਤ ਨਹੀਂ, ਇਹ ਸਿੱਧਾ ਹੀ ਉਹ ਭਵ ਸਾਗਰ ਦੇ ਵਿੱਚ ਜਾ ਡਿੱਗਦਾ। ਹੁਣ ਉਹ ਜਿਹੜਾ ਭਵ ਸਾਗਰ ਹੈ ਉਹ ਕਿਹੋ ਜਿਹਾ ਭਵ ਸਾਗਰ ਹੈ? ਉਹਦੇ ਵਿੱਚ ਅੰਧਕੂਪ ਹੈ, ਹਨੇਰਾ ਹੀ ਹਨੇਰਾ। ਉਹਦੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ, ਨਾ ਕੋਈ ਕੰਧੀ ਨਾ ਕੋਈ ਕਿਨਾਰਾ, ਉਹ ਪਤਾ ਹੀ ਨਹੀਂ ਲੱਗਦਾ, ਉਹ ਹਨੇਰਾ ਹੀ ਹਨੇਰਾ, ਇੰਨਾ ਅੰਧਕੂਪ। ਜਿਸ ਨੂੰ ਮਾਰੇ ਕਹਿੰਦੇ ਮਾਇਆ ਮੋਹ ਗਵਾਰ ਹੈ, ਤਿਸ ਦਾ ਦਿਸੇ ਔਰ ਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਇੰਦੇ, ਡੁੱਬੇ ਹਰ ਨਾਮ ਵਿਸਾਰ। ਵੀ ਜਿਹੜੇ ਮਨਮੁਖ ਨੇ ਉਹ ਹੰਕਾਰੀ, ਉਹ ਇਹ ਭਵ ਸਾਗਰ ਦੇ ਵਿੱਚ ਜਾ ਡਿੱਗਦੇ। ਜਦੋਂ ਜੀਵ ਭਵ ਸਾਗਰ 'ਚ ਡਿੱਗਦਾ ਉੱਥੇ ਕੁਝ ਦਿਖਾਈ ਨਹੀਂ ਦਿੰਦਾ, ਸਾਨੂੰ ਸੁਪਨਾ ਉੱਥੇ ਨਹੀਂ ਆਉਂਦਾ। ਤੁਸੀਂ ਨੋਟ ਕੀਤਾ ਹੋਣਾ ਵੀ ਜ਼ਿਆਦਾ ਸੁਪਨੇ ਜੀਵ ਨੂੰ ਸਵੇਰੇ ਆਉਂਦੇ, ਤੜਕੇ। ਰਾਤ ਨੂੰ ਸਾਨੂੰ ਅੱਧੀ ਰਾਤੋਂ ਸੁਪਨਾ ਘੱਟ ਆਉਂਦਾ, ਕਿਉਂਕਿ ਉਦੋਂ ਅਸੀਂ ਭਵ ਸਾਗਰ ਦੇ ਵਿੱਚ ਡਿੱਗੇ ਹੁੰਦੇ। ਜਦੋਂ ਭਵ ਸਾਗਰ 'ਚ ਮਨ ਡਿੱਗਿਆ ਉੱਥੇ ਇਹਨੂੰ ਕੁਛ ਨਹੀਂ ਦਿਸਦਾ, ਉੱਥੇ ਅੰਧਕੂਪ ਹੀ ਹੈ, ਹਨੇਰਾ ਹੀ ਹਨੇਰਾ, ਉੱਥੇ ਕੁਝ ਨਹੀਂ ਦਿਖਾਈ ਦਿੰਦਾ। ਜਦੋਂ ਇਹ ਉੱਥੇ ਡਿੱਗਦਾ ਮਾਲਕ ਨੂੰ ਫਿਰ ਫਿਕਰ ਪੈਂਦੀ, ਉੱਥੋਂ ਫਿਰ ਮਨ ਨੂੰ ਕੱਢ ਲੈਂਦੀ, ਉੱਥੋਂ ਕੱਢ ਕੇ ਬਾਹਰ ਫਿਰ ਇਹਨੂੰ ਸਮਝਾਉਂਦੀ। ਭਵ ਸਾਗਰ 'ਚੋਂ ਬਾਹਰ ਕੱਢ ਲਿਆ, ਉੱਪਰ ਲੈ ਕੇ ਜਦੋਂ ਉੱਪਰ ਲੈ ਕੇ ਗਏ ਇਹਨੂੰ ਸਮਝਾਉਣ ਲੱਗੇ ਮਨ, ਬਈ ਤੈਨੂੰ ਅਕਲ ਵੀ ਦਿੱਤੀ, ਤੈਨੂੰ ਜੋਤ ਵੀ ਦਿੱਤੀ ਹੈ, ਉਹ ਅਕਲ ਅਤੇ ਜੋਤ ਦਾ ਇਸਤੇਮਾਲ ਕਰਨਾ ਕਿਉਂ ਨਹੀਂ ਸਿੱਖਦਾ? ਤੂੰ ਕਿਉਂ ਨਹੀਂ ਆਪਦੇ ਆਪ ਦੇਹ ਨੂੰ ਛੱਡਣਾ ਸਿੱਖਦਾ? ਤੂੰ ਇਹ ਸਰੀਰ ਨੂੰ ਆਪਦੇ ਆਪ ਛੱਡਣਾ ਸਿੱਖ। ਕਾਲ ਨੂੰ ਕਹਿ ਕੇ ਤੈਨੂੰ ਉੱਥੋਂ ਵਾਪਸ ਬੁਲਾਉਂਦੇ, ਫਿਰ ਤੂੰ ਭਵ ਸਾਗਰ ਦੇ ਵਿੱਚ ਡਿੱਗ ਪੈਂਦਾ। ਭਵ ਸਾਗਰ ਨੂੰ ਪਾਰ ਕਰਨਾ ਕਿਉਂ ਨਹੀਂ ਸਿੱਖਦਾ? ਸ਼ਬਦ ਵਾਰ ਜੇ ਤੂੰ ਇਸੇ ਤਰ੍ਹਾਂ ਹੀ ਕਰਦਾ ਰਿਹਾ ਰੋਜ਼, ਤੂੰ ਇਹ ਦੇਹ ਨੂੰ ਛੱਡਣਾ ਨਾ ਸਿੱਖਿਆ, ਤੂੰ ਇਹ ਭਵ ਸਾਗਰ ਤੋਂ ਪਾਰ ਹੋਣਾ ਨਾ ਸਿੱਖਿਆ, ਤੈਨੂੰ ਅੰਤ ਸਮੇਂ ਤੋਂ ਜੰਮ ਕੱਢ ਕੇ ਲੈ ਕੇ ਜਾਣਗੇ, ਉਹ ਵੀ ਕੁੱਟਦੇ ਮਾਰਦੇ ਹੋਏ। ਮਾਲਕ ਨੂੰ ਫਿਰ ਚਿੰਤਾ ਫਿਕਰ ਹੁੰਦੀ, ਇਹਨੂੰ ਇਸ ਅਵਸਥਾ 'ਚ ਫਿਰ ਸਮਝਾਉਂਦੇ, ਕਹਿੰਦੇ ਐਨਸ ਅੰਧਲੇ ਦੀਪਕ ਦੇ ਭਵ ਜਲ ਡੂਬਤ ਚਿੰਤ ਕਰੇ। ਮਨ ਨੂੰ ਕਹਿੰਦੇ ਵੀ ਐਨਸ ਅੰਧਲੇ, ਵੀ ਦਿਨ ਰਾਤ ਦੇ ਆਨੇ ਆ, ਬਈ ਤੈਨੂੰ ਅਕਲ ਅਤੇ ਜੋਤ ਦਿੱਤੀ, ਤੂੰ ਦੇਖਣਾ ਕਿਉਂ ਨਹੀਂ ਸਿੱਖਦਾ? ਆਨਿਆਂ ਵਾਂਗ ਉਹਦੇ ਵਿੱਚ ਡਿੱਗ ਪੈਂਦਾ, ਤੈਨੂੰ ਪਤਾ ਨਹੀਂ। ਸਰੀਰ ਨੂੰ ਤੂੰ ਆਪਦੇ ਆਪ ਛੱਡਣਾ ਕਿਉਂ ਨਹੀਂ ਸਿੱਖਦਾ? ਰੋਜ਼ ਤੈਨੂੰ ਉੱਥੋਂ ਵਾਪਸ ਬੁਲਾਉਂਦੇ ਆ, ਕਢਾਉਂਦੇ ਆ ਵੀ ਘਰ ਆ ਜਾ, ਤੂੰ ਆਉਂਦਾ ਹੀ ਨਹੀਂ ਆਪਦੇ ਆਪ। ਹੁਣ ਮਾਲਕ ਇਹਨੂੰ ਸਮਝਾ ਰਹੇ, ਪਰ ਇਹ ਫਿਰ ਥੱਲੇ ਨੂੰ ਦੇਖਦਾ। ਸਾਹਮਣੇ ਮਾਲਕ ਬੈਠੇ, ਇਹ ਮਨ ਬੈਠਾ ਹੈ, ਇਹ ਫਿਰ ਵੀ ਮਾਲਕ ਨੂੰ ਨਹੀਂ ਦੇਖਦਾ। ਉੱਥੇ ਗਿਆ ਹੋਇਆ ਵੀ ਇਹ ਇੰਨਾ ਜ਼ਿਆਦਾ ਇੱਧਰ ਸੰਸਾਰ ਦੇ ਨਾਲ ਪਿਆਰ ਪਾ ਚੁੱਕਿਆ, ਮਾਇਆ ਦੇ ਨਾਲ, ਉੱਥੋਂ ਉੱਪਰ ਬੈਠਾ ਹੋਇਆ ਥੱਲੇ ਨੂੰ ਦੇਖਦਾ, ਜੋ ਅਸੀਂ ਦਿਨ ਦੇ ਸਮੇਂ ਕਰਦੇ। ਫਿਰ ਮਾਲਕ ਨੂੰ ਇੱਥੇ ਰੋਸ ਹੁੰਦਾ ਵੀ ਹੁਣ ਇਕੱਠੇ ਬੈਠੇ ਆ ਇੱਕ ਘਰ ਦੇ ਵਿੱਚ, ਪਿਓ ਬੈਠਾ ਹੈ ਸਾਹਮਣੇ ਤੇ ਪੁੱਤ ਬੈਠੇ, ਬਈ ਫੇਰ ਨਹੀਂ ਗੱਲ ਕਰਦਾ, ਫੇਰ ਨਹੀਂ ਦੇਖਦਾ ਮੇਰੇ ਵੱਲ। ਮਹਾਰਾਜ ਕਹਿੰਦੇ ਏਕਾ ਸੰਗਤ ਇੱਕ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ। ਵੀ ਇੱਕ ਘਰੇ ਬੈਠੇ ਆ, ਮਾਂ ਪਿਓ ਸਾਹਮਣੇ ਬੈਠਾ ਤੇ ਫੇਰ ਨਹੀਂ ਗੱਲ ਕਰਦਾ, ਫੇਰ ਨਹੀਂ ਬੁਲਾਉਂਦਾ ਮਾਲਕ। ਫਿਰ ਉਦੋਂ ਇਹ ਜਦੋਂ ਥੱਲੇ ਨੂੰ ਦੇਖਦਾ, ਇਹਨੂੰ ਫਿਰ ਉਹ ਸੁਪਨਾ ਆਉਂਦਾ
ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਰਾਤ ਨੂੰ ਮੈਨੂੰ ਸੁਪਨਾ ਆਇਆ, ਉਹ ਅਸੀਂ ਉਦੋਂ ਜਾਗੇ ਤੇ ਜਾਗ ਕੇ ਫਿਰ ਇਹਨੇ ਚੱਲਣਾ ਸ਼ੁਰੂ ਕਰ ਦਿੱਤਾ ਆਕਾਸ਼ ਲੋਕ ਦੇ ਵਿੱਚ। ਫਿਰ ਜਦੋਂ ਇਹ ਥੱਲੇ ਨੂੰ ਦੇਖਦਾ, ਇਹ ਤਰਲੋਕੀ ਸਾਨੂੰ ਸਾਰੀ ਥੱਲੇ ਨਜ਼ਰ ਆਉਂਦੀ, ਅਸੀਂ ਉੱਪਰ ਬੈਠੇ ਹੁੰਦੇ, ਇਹ ਥੱਲੇ ਰਹਿ ਜਾਂਦੀ। ਜਦੋਂ ਇਹ ਤਰਲੋਕੀ ਸਾਨੂੰ ਉੱਥੋਂ ਨਜ਼ਰ ਆਉਂਦੀ ਥੱਲੇ, ਤੇ ਫਿਰ ਜੋ ਅਸੀਂ ਹੁਣ ਤੱਕ ਆਕਾਰ ਲੈ ਚੁੱਕੇ, ਜਿੰਨੇ ਵੀ ਅਸੀਂ ਸਤਿਯੁਗ ਤੋਂ ਲੈ ਕੇ ਹੁਣ ਤੱਕ ਜੂਨਾਂ ਜਿਨ੍ਹਾਂ ਦੇ ਵਿੱਚ ਰਹੇ ਹਾਂ ਆਪਾਂ, ਉਹ ਸਾਡੇ ਸੂਖਮ ਆਕਾਰ, ਤੇ ਜੋ ਅਸੀਂ ਬੋਲਦੇ ਰਹੇ ਉਹ ਸਾਡੀਆਂ ਆਵਾਜ਼ਾਂ, ਉਹ ਸਾਰੀਆਂ ਇਹ ਆਕਾਸ਼ ਲੋਕ ਦੇ ਵਿੱਚ ਮੌਜੂਦ ਨੇ। ਉਹ ਫਿਰ ਅਸੀਂ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ। ਜਦੋਂ ਉਹਨਾਂ ਨੂੰ ਦੇਖਦੇ, ਉਹ ਫਿਰ ਅਸੀਂ ਕਹਿੰਦੇ ਵੀ ਰਾਤ ਮੈਨੂੰ ਸੁਪਨਾ ਆਇਆ ਸੀ, ਵੀ ਸੁਪਨੇ ਦੇ ਵਿੱਚ ਮੈਂ ਐਸੀ ਥਾਂ ਦੇਖੀ ਵੀ ਜਿਹੜੀ ਮੈਂ ਆਹ ਜਨਮ 'ਚ ਕਦੇ ਦੇਖੀ ਨਹੀਂ, ਜਾਂ ਮੈਂ ਉਹਨੂੰ ਮਿਲਿਆ ਜਿਹਨੂੰ ਮੈਂ ਕਦੇ ਇਸ ਜਨਮ 'ਚ ਤਾਂ ਮਿਲਿਆ ਹੀ ਨਹੀਂ। ਉਹ ਫਿਰ ਅਸੀਂ ਪਿਛਲਾ ਜਿਹੜਾ ਆਪਦਾ ਪਿਛੋਕੜ ਉਹ ਦੇਖਣਾ ਸ਼ੁਰੂ ਕਰ ਦਿੰਦੇ, ਜਿਹਨੂੰ ਫਿਰ ਅਸੀਂ ਸੁਪਨਾ ਕਹਿੰਦੇ ਵੀ ਰਾਤ ਮੈਨੂੰ ਆਹ ਸੁਪਨਾ ਆਇਆ ਸੀ। ਤੇ ਸੁਪਨੇ ਦੀ ਗੱਲ ਅਸੀਂ ਫਿਰ ਇੱਥੇ ਆ ਕੇ ਦੱਸਦੇ ਹਾਂ ਵੀ ਰਾਤ ਮੈਂ ਆਹ ਸੁਪਨਾ ਦੇਖਿਆ। ਹੁਣ ਇੱਥੇ ਆ ਕੇ ਅਸੀਂ ਸੌਂ ਜਾਂਦੇ ਹਾਂ, ਇੱਥੇ ਦੀ ਗੱਲ ਅਸੀਂ ਉੱਥੇ ਜਾ ਕੇ ਕਦੇ ਨਹੀਂ ਦੱਸ ਸਕਦੇ ਵੀ ਦਿਨੇ ਮੈਂ ਕਿੱਥੇ ਰਹਿੰਦਾ, ਮੈਂ ਕੀ ਕਰਦਾ। ਹੁਣ ਜਦੋਂ ਫਿਰ ਆਪਾਂ ਸਤਸੰਗ ਦੇ ਵਿੱਚ ਆਉਂਦੇ, ਗੁਰਮੁਖਾਂ ਨੇ ਜਦੋਂ ਇਹ ਵਿਚਾਰ ਕੀਤੀ ਮਨ ਦੀ, ਫਿਰ ਉਹ ਸੁਪਨੇ ਦੀ ਗੱਲ ਕਰਨ ਲੱਗੇ। ਮਹਾਰਾਜ ਕਹਿੰਦੇ ਵੀ ਤੁਸੀਂ ਸੁਪਨਾ ਕਿਹਨੂੰ ਕਹਿੰਦੇ? ਆਪਾਂ ਕਹਿੰਦੇ ਵੀ ਅਸੀਂ ਤਾਂ ਉਹਨੂੰ ਸੁਪਨਾ ਕਹਿੰਦੇ ਜਿਹੜਾ ਅਸੀਂ ਰਾਤ ਨੂੰ ਸੌਣ ਤੋਂ ਮਗਰੋਂ ਦੇਖਦੇ। ਸਾਨੂੰ ਫਿਰ ਕਹਿੰਦੇ ਵੀ ਉਹ ਸੁਪਨਾ ਨਹੀਂ ਹੈ, ਉਹ ਤੁਹਾਡਾ ਪਿਛੋਕੜ ਹੈ। ਉੱਥੇ ਤੁਸੀਂ ਜਾਗੇ ਹੁੰਦੇ ਹੋ, ਜਾ ਕੇ ਆਪਦੇ ਆਪ ਨਹੀਂ ਜਾਗੇ, ਅਚਨਚੇਤ ਜਾਗੇ, ਮਾਲਕ ਨੇ ਜਗਾਇਆ ਤੇ ਜਾ ਕੇ ਅਸੀਂ ਥੱਲੇ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਬਈ ਉਹ ਸੁਪਨਾ ਨਹੀਂ ਹੈ। ਸੁਪਨਾ ਆ ਹੈ ਜਿਹੜਾ ਅਸੀਂ ਦਿਨ ਦੇ ਸਮੇਂ ਇੱਥੇ ਆ ਕੇ ਦੇਖਦੇ, ਇਹਨੂੰ ਸੁਪਨਾ ਕਹਿੰਦੇ। ਮਹਾਰਾਜ ਗੁਰਬਾਣੀ 'ਚ ਸਾਨੂੰ ਫਰਮਾਉਂਦੇ, ਸਾਧ ਸਰਨ ਚਰਨ ਚਿੱਤ ਲਾਇਆ, ਸੁਪਨ ਕੀ ਬਾਤ ਸੁਣੀ, ਵੇਖੀ ਸੁਪਨਾ ਸਤਿਗੁਰ ਨਾਮ ਮੰਤਰ ਦ੍ਰਿੜਾਇਆ। ਮਹਾਰਾਜ ਕਹਿੰਦੇ ਵੀ ਤੁਸੀਂ ਕਿਹਨੂੰ ਸੁਪਨਾ ਕਹਿੰਦੇ ਹੋ? ਆਪਾਂ ਕਹਿੰਦੇ ਜਿਹੜਾ ਰਾਤ ਨੂੰ ਦੇਖਦੇ ਹੋ, ਕਹਿੰਦੇ ਉਹ ਸੁਪਨਾ ਨਹੀਂ ਹੈ। ਸੁਪਨਾ ਜਿਹੜਾ ਉਹ ਸੁੱਤਿਆਂ ਨੂੰ ਆਉਂਦਾ, ਉੱਥੇ ਤਾਂ ਤੁਸੀਂ ਜਾਗੇ ਹੁੰਦੇ ਹੋ, ਤਾਂ ਸੁਪਨਾ ਹੈ ਹੀ ਨਹੀਂ। ਸੁਪਨਾ ਤਾਂ ਇੱਥੇ ਆ ਕੇ ਅਸੀਂ ਸੌਂਦੇ ਹਾਂ, ਅਤੇ ਇੱਥੇ ਅਸੀਂ ਸੰਸਾਰ 'ਚ ਸੁਪਨਾ ਦੇਖਦੇ। ਇਹ ਜਿਹੜਾ ਸੰਸਾਰ ਜਿਹਨੂੰ ਅਸੀਂ ਕਹਿੰਦੇ, ਇਹ ਘਰ-ਬਾਰ, ਇਹ ਸਭ ਸੁਪਨਾ। ਇਹ ਪਤਾ ਉਦੋਂ ਲੱਗਦਾ ਵੀ ਸੁਪਨਾ ਜਦੋਂ ਸਾਡਾ ਮਨ ਜਾਗਦਾ। ਜਦ ਤੱਕ ਜਾਗਦਾ ਨਹੀਂ ਉਹਨਾਂ ਸਮਾਂ ਸੁਪਨਾ ਸੱਚਾ ਲੱਗਦਾ। ਇਹ ਸੁਪਨਾ ਹੀ ਸਾਰਾ ਕੁਛ ਲੱਗਦਾ ਵੀ ਇਹੋ ਅਸਲੀਅਤ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਮਝਾਉਂਦੇ, ਕਹਿੰਦੇ ਜਗ ਸੁਪਨਾ ਬਾਜੀ ਬਣੀ, ਖੈਨਵੇਂ ਖੇਲ ਖਲਾਏ, ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ। ਬਈ ਜਗ ਸੰਸਾਰ ਉਦੋਂ ਸੁਪਨਾ ਬਣ ਗਿਆ ਸਾਡੇ ਵਾਸਤੇ ਜਦੋਂ ਮਨ ਜਾਗਿਆ। ਜਦੋਂ ਜਾਗਿਆ ਤੇ ਦੇਖਿਆ ਵੀ ਜਿਹਨੂੰ ਆਪਦਾ ਸਮਝਦਾ ਸੀ ਉਹ ਤਾਂ ਕੁਛ ਹੈ ਹੀ ਨਾ ਇੱਥੇ। ਜਦੋਂ ਸੰਸਾਰ ਦੇ ਵਿੱਚੋਂ ਜੀਵ ਜਾਂਦਾ, ਜਦੋਂ ਗੁਰਮੁਖਾਂ ਨੇ ਖੋਜ ਕੀਤੀ, ਦੇਖਿਆ ਬਈ ਜੀਵ ਹੈ ਜਿਹੜਾ ਸਾਰੀ ਉਮਰ ਤਾਂ ਇੱਥੇ ਸੁੱਤਾ ਰਿਹਾ, ਸੁਪਨਾ ਦੇਖਦਾ ਸੀ। ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ, ਜਮਾ ਨੇ ਆ ਕੇ ਜਗਾ ਲਿਆ। ਉਹਨਾਂ ਨੇ ਆ ਕੇ ਜਦੋਂ ਸਿਰ 'ਚ ਡੰਡਾ ਮਾਰਿਆ, ਇਹ ਸੁੱਤਾ ਹੋਇਆ ਇੱਕਦਮ ਜਾਗਿਆ। ਜਦੋਂ ਜਾਗਦਾ ਤੇ ਫਿਰ ਪੁੱਛਦਾ ਵੀ ਮੈਂ ਕਿੱਥੇ? ਫਿਰ ਉਹ ਜੰਮ ਫੜ ਲੈਂਦੇ, ਉਹ ਕਹਿੰਦੇ ਸਾਡੇ ਕੋਲ, ਤੇਰਾ ਜਿਹੜਾ ਸਮਾਂ ਉਹ ਖਤਮ ਹੋ ਗਿਆ। ਫਿਰ ਉਦੋਂ ਇਹ ਉਹਨਾਂ ਤੋਂ ਛੁੱਟ ਕੇ ਭੱਜ ਨਹੀਂ ਸਕਦਾ, ਅਤੇ ਉਦੋਂ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸੁੱਤਾ ਪਿਆ ਸੀ। ਮਹਾਰਾਜ ਕਹਿੰਦੇ ਜਮ ਕੋ ਡੰਡ ਪੜਿਓ ਸਿਰ ਉਪਰ, ਤਬ ਸੋਭਤ ਜਾਗਿਓ।
ਕਹਾਂ ਹੋ ਤਬ ਕੇ ਪਛਤਾਏ ਛੂਟਤ ਨਾਹਿਨ ਭਾਗਿਓ। ਬਈ ਜਦੋਂ ਜਮਾ ਨੇ ਸਿਰ 'ਚ ਡੰਡਾ ਮਾਰਿਆ ਉਦੋਂ ਤਬ ਸੋਭਤ ਜਾਗਿਓ, ਵੀ ਉਦੋਂ ਸੁੱਤਾ ਹੋਇਆ ਜਾਗਿਆ। ਜਦੋਂ ਜਾਗਿਆ ਇੱਕਦਮ ਉੱਠਿਆ ਤੇ ਪੁੱਛਿਆ ਵੀ ਮੈਂ ਕਿੱਥੇ ਹਾਂ? ਉਹ ਕਹਿੰਦੇ ਸਾਡੇ ਕੋਲ। ਉਦੋਂ ਫਿਰ ਜੱਗ ਸੁਪਨਾ ਬਣ ਜਾਂਦਾ। ਉਦੋਂ ਕਹਿੰਦੇ ਜੱਗ ਸੁਪਨਾ ਬਾਜੀ ਬਣੀ, ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਜਦੋਂ ਉੱਠਿਆ ਤੇ ਇੱਕ ਛਿਣ ਦੇ ਵਿੱਚ ਹੀ ਉਹ ਸੁਪਨਾ ਖਤਮ ਹੋ ਗਿਆ। ਸੁਪਨੇ ਦੇ ਵਿੱਚ ਹੀ ਇਹਨੇ ਸਾਰਾ ਕੁਛ ਬਣਾਇਆ ਹੋਇਆ ਸੀ। ਇਹ ਘਰ-ਬਾਰ ਮੇਰਾ, ਇਹ ਧਨ ਦੌਲਤ ਮੇਰੀ, ਇਹ ਮੇਰੇ ਮਾਂ ਪਿਓ, ਇਹ ਮੇਰੇ ਭੈਣ ਭਰਾ, ਇਹ ਮੇਰੇ ਧੀਆਂ ਪੁੱਤਰ, ਜਿਨ੍ਹਾਂ ਨੂੰ ਕਹਿੰਦਾ ਸੀ ਮੇਰੇ, ਉਹ ਇੱਕ ਛਿਣ ਦੇ ਵਿੱਚ ਹੀ ਸੁਪਨਾ ਖਤਮ ਹੋ ਗਿਆ, ਟੁੱਟ ਗਿਆ ਸੁਪਨਾ। ਫਿਰ ਉਦੋਂ ਇਹ ਮਨ ਇਕੱਲਾ ਰਹਿ ਜਾਂਦਾ। ਉਦੋਂ ਕੋਈ ਸੰਗੀ ਸਾਥੀ ਨਹੀਂ, ਇਹ ਸੰਸਾਰੀ ਮਾਂ ਪਿਓ ਨਹੀਂ ਉੱਥੇ ਜਾਂਦੇ, ਸੰਸਾਰੀ ਭੈਣ ਭਰਾ ਧੀਆਂ ਪੁੱਤਰ ਇਹ ਨਹੀਂ ਉੱਥੇ ਜਾਂਦੇ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਵੀ ਉੱਥੇ ਮਾਤਾ ਪਿਤਾ ਧੀਆਂ ਪੁੱਤਰ ਮਿੱਤਰ ਉੱਥੇ ਕੋਈ ਸੰਗੀ ਸਾਥੀ ਨਹੀਂ ਬਣਦਾ। ਉੱਥੇ ਕੋਈ ਨਹੀਂ ਮਨ ਦੇ ਨਾਲ ਖੜਦਾ, ਕਿਉਂਕਿ ਇਹ ਤਾਂ ਸੁਪਨੇ ਦੇ ਵਿੱਚ ਹੀ ਸਾਰੇ ਬਣੇ ਹੋਏ ਸੀ ਸਾਕ ਸੰਬੰਧੀ। ਜਦੋਂ ਸੁਪਨਾ ਟੁੱਟਿਆ ਤੇ ਸਾਰੇ ਪਾਸੇ ਹਟ ਗਏ। ਉਦੋਂ ਫਿਰ ਕਹਿੰਦੇ ਵੀ ਹੁਣ ਬੜੀ ਮੁਸੀਬਤ ਪੈ ਗਈ। ਉਦੋਂ ਕਹਿੰਦੇ ਔਖੀ ਘੜੀ ਆ ਗਈ। ਇਸ ਅਵਸਥਾ ਦੇ ਵਿੱਚ ਫਿਰ ਜਦੋਂ ਮਨ ਜਾਂਦਾ ਉਦੋਂ ਗੁਰਬਾਣੀ ਗੁਰੂ ਵਿੱਚ ਬਹੁਤ ਸ਼ਬਦ ਆਉਂਦੇ। ਜਦੋਂ ਜੀਵ ਦੇਹ ਛੱਡਦਾ ਨਾ, ਆਪਾਂ ਤਾਂ ਕਹਿੰਦੇ ਵੀ ਇੱਧਰੋਂ ਇਹਦਾ ਛੁਟਕਾਰਾ ਹੋ ਗਿਆ ਜੀ। ਕਈ ਜੀਵ ਜਿਵੇਂ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ, ਔਖਾ ਸੀ ਜੀ ਵਿਚਾਰਾ, ਬਹੁਤ ਨਰਕ ਭੋਗਿਆ, ਚਲੋ ਚੰਗਾ ਚਲਾ ਗਿਆ। ਹੁਣ ਗਿਆ ਕਿੱਥੇ ਤੇ ਗਾਂਹ ਉਹਦੀ ਹਾਲਤ ਕੀ ਹੋਣੀ ਉਹ ਸਾਨੂੰ ਦੀਂਦਾ ਨਹੀਂ, ਸਾਨੂੰ ਪਤਾ ਨਹੀਂ। ਉਹ ਫਿਰ ਜਿਹੜੇ ਗੁਰਮੁਖਾਂ ਨੇ ਦੇਖਿਆ ਉਹ ਦੱਸਦੇ ਵੀ ਹੁਣ ਇਹਦਾ ਅੱਗੇ ਹਾਲ ਕੀ ਹੁੰਦਾ। ਹੁਣ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਹੁਣ ਤੇਰਾ ਕੋਈ ਮਿੱਤਰ ਨਹੀਂ ਹੈ, ਵੀ ਇਹ ਤਾਂ ਤੇਰੇ ਨਾਲ ਉਦੋਂ ਤੱਕ ਹੀ ਸੀ ਜਿੰਨਾ ਸਮਾਂ ਤੇਰੇ ਸਵਾਸ ਚੱਲਦੇ ਸੀ। ਹੁਣ ਤੇਰੇ ਸਵਾਸ ਖਤਮ ਹੋ ਗਏ ਤੇ ਤੇਰਾ ਸਾਰਾ ਸਾਥ ਛੱਡ ਕੇ ਪਾਸੇ ਹਟ ਗਈ। ਹੁਣ ਤੂੰ ਇਕੱਲਾ ਰਹਿ ਗਿਆ ਤੇ ਹੁਣ ਤੇਰੇ ਤੇ ਮੁਸੀਬਤ ਪੈ ਗਈ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਧਨ ਦੇਖਿਓ, ਨਰਕੋ ਸੰਗ ਛਾੜ ਸਭ ਭਾਗੇ। ਮਹਾਰਾਜ ਕਹਿੰਦੇ ਵੀ ਇਹ ਸੰਸਾਰ 'ਚ ਅਸੀਂ ਕੋਈ ਮਿੱਤਰ ਦੇਖੇ ਹੀ ਨਹੀਂ, ਵੀ ਇਹ ਤਾਂ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਸੀ। ਚਾਹੇ ਉਹ ਪਰਿਵਾਰ ਸੀ ਦਾਰਾ, ਚਾਹੇ ਮੀਤ, ਚਾਹੇ ਧੀਆਂ ਪੁੱਤਰ। ਜਦੋਂ ਦੇਖਿਆ ਸਵਾਸ ਰੁਕ ਗਈ ਤੇ ਉਹ ਸਾਰੀ ਸਾਥ ਛੱਡ ਕੇ ਪਾਸੇ ਹਟ ਗਈ, ਭੱਜ ਗਈ। ਉਦੋਂ ਫਿਰ ਕਹਿੰਦੇ ਵੀ ਹੁਣ ਔਖੀ ਘੜੀ ਆ ਗਈ, ਹੁਣ ਮੁਸੀਬਤ ਪੈ ਗਈ। ਜਿਨ੍ਹਾਂ ਨੂੰ ਆਪਦਾ ਸਾਥੀ ਸਮਝਦਾ ਸੀ ਉਹ ਤਾਂ ਕੋਈ ਸਾਥੀ ਬਣਿਆ ਨਾ। ਹੁਣ ਉਦੋਂ ਫਿਰ ਮਨ ਇਕੱਲਾ ਰਹਿ ਜਾਂਦਾ। ਉਦੋਂ ਸਾਡੇ ਨਾਲ ਸੰਗੀ ਸਾਥੀ ਜਿਹੜਾ ਉਹ ਇਹ ਨਾਮ ਨੇ ਬਣਨਾ ਹੁੰਦਾ। ਜਿਸ ਨਾਮ ਦੀ ਆਪਾਂ ਮਹਿਮਾ ਕਰਦੇ ਨਾ, ਜਿਸ ਨਾਮ ਦੀ ਗੁਰੂ ਸਾਹਿਬ ਹਰ ਇੱਕ ਸ਼ਬਦ ਦੇ ਵਿੱਚ ਵਡਿਆਈ ਕਰਦੇ, ਜਿਸ ਨਾਮ ਦਾ ਆਪਾਂ ਕਹਿੰਦੇ ਵੀ ਭੇਤ ਲੈ ਲਓ, ਵੀ ਨਾਮ ਦੇ ਨਾਲ ਹੁਣ ਜੁੜ ਜਾਓ, ਕਿਉਂ ਨਹੀਂ ਨਾਮ ਦੇ ਨਾਲ ਜੁੜਦੇ। ਉੱਥੇ ਸਾਡਾ ਸੰਗੀ ਸਾਥੀ ਫਿਰ ਇਹ ਨਾਮ ਬਣਦਾ। ਇਹ ਨਾਮ ਨੂੰ ਸ਼ਬਦ ਗੁਰੂ ਕਹਿੰਦੇ, ਇਹਨੂੰ ਸੱਜਣ ਕਹਿੰਦੇ। ਇਹ ਸੱਜਣ ਸਾਡੇ ਨਾਲ ਉੱਥੇ ਵੀ ਖੜਾ ਹੁੰਦਾ ਜਿੱਥੇ ਸਾਤੋਂ ਲੇਖਾ ਮੰਗਿਆ ਜਾਂਦਾ। ਹਾਂ ਮਹਾਰਾਜ ਕਹਿੰਦੇ ਸੱਜਣ ਸਈ ਨਾਲ ਮੈਂ, ਚੱਲਦਿਆਂ ਨਾਲ ਚੱਲਣ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਵੀ ਸਾਡਾ ਤਾਂ ਸੱਜਣ ਉਹ ਹੈ ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਦਾ। ਸੰਸਾਰ 'ਚੋਂ ਤਾਂ ਆਪਾਂ ਆਮ ਹੀ ਸੁਣਦੇ ਹਾਂ ਵੀ ਕੋਈ ਚੱਲਦਿਆਂ ਦੇ ਨਾਲ ਚੱਲਦਾ ਤਾਂ ਹੈ ਨਹੀਂ ਜੀ। ਜਿਹੜਾ ਮਰ ਗਿਆ ਅਗਲੇ ਕਹਿੰਦੇ ਮਰਦੇ ਦੇ ਨਾਲ ਹੁਣ ਮਰਿਆ ਥੋੜ੍ਹੀ ਜਾਂਦਾ ਜੀ।
ਜਿਹੜਾ ਚਲਿਆ ਗਿਆ। ਹੁਣ ਆਪ ਤਾਂ ਤੁਸੀਂ ਜਿਉਣਾ ਸਿੱਖੋ, ਉਹਨਾਂ ਤੋਂ ਬਿਨਾਂ ਜਿਉਵੋ। ਹੁਣ ਇਸ ਲਈ ਮਹਾਰਾਜ ਕਹਿੰਦੇ ਵੀ ਚੱਲਦਿਆਂ ਦੇ ਨਾਲ ਤਾਂ ਕੋਈ ਚੱਲਦਾ ਨਹੀਂ ਸੰਸਾਰ 'ਚੋਂ, ਪਰ ਉਹ ਸ਼ਬਦ ਗੁਰੂ ਹੈ ਸਾਡਾ ਅਸਲ ਸੱਜਣ, ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਦਾ ਹੈ, ਜਿਹਨੇ ਸਾਨੂੰ ਇਸ ਲੋਕ ਦੇ ਵਿੱਚ ਵੀ ਸੁੱਖ ਦੇਣਾ, ਸਾਡਾ ਸਾਥ ਕਦੇ ਨਹੀਂ ਛੱਡਣਾ। ਜਦੋਂ ਅਸੀਂ ਇਹ ਦੇਹ ਨੂੰ ਛੱਡਾਂਗੇ, ਉਹ ਸੱਜਣ ਨੇ ਉੱਥੇ ਵੀ ਸਾਡੇ ਨਾਲ ਚੱਲਣਾ। ਇਹ ਸੱਜਣ ਨੂੰ ਕਹਿੰਦੇ ਗੁਰੂ ਸ਼ਬਦ ਨਾਮ। ਜਿਸ ਵਰਤਾਏ ਮਾਰੇ ਫਰਮਾਉਂਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬਈ ਤੁਸੀਂ ਉਹ ਸ਼ਬਦ ਗੁਰੂ ਨੂੰ ਸਦਾ ਸੰਭਾਲੋ, ਉਹਨੂੰ ਹਿਰਦੇ 'ਚ ਵਸਾਓ, ਉਹ ਸ਼ਬਦ ਗੁਰੂ ਦੇ ਨਾਲ ਜੁੜੋ, ਉਹਨੂੰ ਸੁਣੋ, ਉਹਨੇ ਸਦਾ ਸਾਡੇ ਨਾਲ ਨਿਭਣਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤਾਂ ਅਸੀਂ ਉਹ ਸ਼ਬਦ ਨੂੰ ਸੱਜਣ ਬਣਾ ਲਾਂਗੇ, ਫਿਰ ਤਾਂ ਅਸੀਂ ਜਦੋਂ ਚੱਲਾਂਗੇ ਨਾਲ ਚੱਲਦਿਆਂ ਦੇ ਨਾਲ ਚੱਲੇਗਾ ਸਾਡੇ। ਜੇ ਅਸੀਂ ਇੱਧਰ ਸੰਸਾਰ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਹੀ ਆਪਦੇ ਸੱਜਣ ਬਣਾਇਆ ਹੈ, ਇਹਨਾਂ ਨੇ ਤਾਂ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਣਾ, ਇਹਨਾਂ ਨੇ ਤਾਂ ਇੱਥੇ ਹੀ ਰਹਿ ਜਾਣਾ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸਲ ਸੱਜਣ ਸਾਡਾ ਸ਼ਬਦ ਹੈ, ਅਤੇ ਜਾਂ ਸਾਡੇ ਉਹ ਸੱਜਣ ਮਿੱਤਰ ਨੇ ਸੰਤ ਜਨ, ਜਿਹੜੇ ਸਾਨੂੰ ਇਹ ਸ਼ਬਦ ਦਾ ਭੇਦ ਦਿੰਦੇ, ਜਿਹੜੇ ਸਾਨੂੰ ਇਹ ਸ਼ਬਦ ਨਾਮ ਦੇ ਨਾਲ ਸੱਚ ਦੇ ਨਾਲ ਜੋੜਦੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਸਾਡਾ ਮੁਖ ਪਵਿੱਤਰ, ਸਾਡਾ ਜਿਹੜਾ ਮੁਖ ਪਵਿੱਤਰ ਹੋ ਜਾਏਗਾ, ਪਰਮਾਤਮਾ ਦਾ ਨਾਮ ਜਪਦੇ ਹਾਂ, ਅਤੇ ਜਿਹੜੇ ਸਾਨੂੰ ਜਪਾਉਂਦੇ, ਜਿਹੜੇ ਸਾਨੂੰ ਨਾਮ ਦਾ ਭੇਦ ਦਿੰਦੇ, ਅਸਲ ਸਾਡੇ ਸੱਜਣ, ਸਾਡੇ ਮਿੱਤਰ ਹੈ ਹੀ ਉਹ ਨੇ। ਮਹਾਰਾਜ ਕਹਿੰਦੇ ਰਾਮ ਗੋਬਿੰਦ ਜਪੇਂਦਿਆਂ ਹੋਆ ਮੁਖ ਪਵਿੱਤਰ, ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਵੀ ਸਾਡਾ ਤਾਂ ਭਾਈ, ਸਾਡਾ ਮਿੱਤਰ ਹੈ ਹੀ ਉਹ ਹੈ, ਜਿਹੜਾ ਸਾਨੂੰ ਮਾਲਕ ਦੀ ਸੁਣਾਉਂਦਾ ਗੱਲ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਵੀ ਉਹੀਓ ਮੇਰਾ ਭਾਈ ਅਤੇ ਉਹੀਓ ਮੇਰਾ ਵੀਰ ਹੈ, ਉਹੀਓ ਮੇਰਾ ਸਕਾ ਹੈ, ਜਿਹੜਾ ਮੈਨੂੰ ਮਾਲਕ ਦੀ ਗੱਲ ਸੁਣਾਉਂਦਾ, ਜਿਹੜਾ ਮੈਨੂੰ ਉਹ ਸ਼ਬਦ ਦਾ ਨਾਮ ਦਾ ਭੇਦ ਦਿੰਦਾ। ਸੋ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਸੱਜਣ ਨੇ ਆਪਣੇ, ਜਿਹੜੇ ਫਿਰ ਆਪਾਂ ਨੂੰ ਮਾਲਕ ਦੀ ਗੱਲ ਸੁਣਾਉਂਦੇ। ਤਾਂ ਮਹਾਰਾਜ ਕਹਿੰਦੇ ਵੀ ਉਹ ਸੱਜਣ ਲੱਭੋ, ਉਹ ਸੰਤ ਲੱਭੋ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕੇ। ਓਏ ਜਵੰਦੇ ਵਿਛੜੇ ਉਹ ਮੋਇਆ ਨਾ ਜਾਸੀ ਛੋੜ। ਇਹ ਸੰਤ ਨੇ ਗੁਰਮੁਖ ਪਿਆਰੇ, ਬਈ ਜਿਹੜੇ ਸਾਨੂੰ ਮਰਨ ਤੋਂ ਮਗਰੋਂ ਵੀ ਨਹੀਂ ਛੱਡਦੇ, ਕਿਉਂਕਿ ਉਹਨਾਂ ਦਾ ਆਤਮਿਕ ਪਿਆਰ ਹੁੰਦਾ। ਉਹ ਸਾਨੂੰ ਮਰਨ ਤੋਂ ਬਾਅਦ ਵੀ ਪਛਾਣ ਲੈਂਦੇ, ਕਿਉਂਕਿ ਉਹ ਅੰਦਰ ਦੀ ਪਛਾਣਦੇ ਸਨ। ਇੱਕ ਤਾਂ ਸੰਸਾਰੀ ਨੇ ਨਾ, ਜਿਹੜਾ ਸਾਨੂੰ ਸਾਡਾ ਚੰਮ ਪਛਾਣਦੇ ਨੇ, ਜਿਹੜੇ ਸਾਨੂੰ ਉੱਤੋਂ ਜਾਣਦੇ ਨੇ ਵੀ ਇਹ ਸਰੀਰ ਹੈ ਜਿਹੜਾ, ਇਹਨੂੰ ਜਾਣਦੇ ਨੇ। ਪਰ ਜਿਹੜੇ ਗੁਰਮੁਖ ਪਿਆਰੇ, ਉਹ ਸਾਨੂੰ ਅੰਦਰੋਂ ਜਾਣਦੇ, ਉਹ ਸਾਡੇ ਮਨ ਨੂੰ ਜਾਣਦੇ। ਉਹ ਜਦੋਂ ਅਸੀਂ ਇਹ ਦੇਹ ਛੱਡਾਂਗੇ, ਉਹ ਦੇਹ ਛੱਡਣ ਤੋਂ ਮਗਰੋਂ ਇਹ ਚੰਮ ਤੋਂ ਬਿਨਾਂ ਵੀ ਸਾਨੂੰ ਪਛਾਣ ਲੈਣਗੇ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਸੱਜਣ ਲੱਭੋ। ਉਹ ਜਦੋਂ ਅਸੀਂ ਸੰਤਾਂ ਦਾ ਸੰਗ ਕਰਾਂਗੇ, ਉਹ ਸਾਨੂੰ ਫਿਰ ਇਹ ਸੱਚ ਅਤੇ ਨਾਮ ਦੇ ਨਾਲ ਜੋੜਨਗੇ। ਉਹ ਸਾਨੂੰ ਭੇਜ ਦੇਣਗੇ ਨਾਮ ਦਾ, ਵੀ ਅਸੀਂ ਨਾਮ ਤੱਕ ਕਿਵੇਂ ਪਹੁੰਚਣਾ, ਕਿਵੇਂ ਅਸੀਂ ਇਹ ਦੇਹ ਨੂੰ ਛੱਡਣਾ ਸਿੱਖਣਾ, ਕਿਵੇਂ ਅਸੀਂ ਇਹ ਭਵ ਸਾਗਰ ਤੋਂ ਪਾਰ ਜਾਣਾ ਸਿੱਖਣਾ, ਫਿਰ ਕਿਵੇਂ ਅਸੀਂ ਇਹ ਤਨ ਨੂੰ ਛੱਡ ਕੇ ਕਿੱਥੇ ਜਾਂਦੇ। ਉਹ ਸਾਰੀ ਸਾਨੂੰ ਇਹ ਖੋਜ ਕਰਕੇ ਦੱਸਣਗੇ। ਜਦੋਂ ਅਸੀਂ ਉਹਨਾਂ ਦਾ ਖੋਜਿਆ ਹੋਇਆ ਇਹ ਰਸਤਾ ਅਪਣਾਵਾਂਗੇ,
ਤੇ ਅਸੀਂ ਵੀ ਖੋਜ ਕਰ ਲਾਂਗੇ ਵੀ ਅਸੀਂ ਕਿੱਥੇ ਜਾਂਦੇ। ਜੋ ਮਹਾਰਾਜ ਆਪਾਂ ਨੂੰ ਤਾਂਹੀਓ ਕਹਿੰਦੇ, ਇਸ ਮਨ ਕੋ ਕੋਈ ਖੋਜੋ ਭਾਈ, ਧਨ ਛੋਟੇ ਮਨ ਕਹਾਂ ਸਮਾਈ। ਫਿਰ ਇਹ ਆਪਾਂ ਵੀ ਖੋਜ ਕਰ ਲਾਂਗੇ ਵੀ ਅਸੀਂ ਇਹ ਤਨ ਨੂੰ ਛੱਡ ਕੇ ਕਿੱਥੇ ਜਾ ਕੇ ਸਮਾਉਂਦੇ ਹਾਂ, ਕਿੱਥੇ ਜਾਂਦੇ ਹਾਂ, ਕਿਹੜੇ ਰਸਤੇ ਜਾਂਦੇ ਹਾਂ, ਕਿਹੜੇ ਰਸਤੇ ਵਾਪਸ ਆਉਂਦੇ ਹਾਂ। ਅਤੇ ਇਹ ਜਾਣਨ ਲਈ ਫਿਰ ਆਪਾਂ ਨੂੰ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਜਾਗੇਗਾ। ਜਦੋਂ ਜਾਗੇਗਾ ਤਾਂ ਫਿਰ ਸਾਨੂੰ ਇਹ ਸਮਝ ਲੱਗਣੀ, ਫਿਰ ਸੋਝੀ ਆਉਣੀ। ਹੁਣ ਆਓ ਸਾਡੇ ਮਨ ਨੇ ਕਿਵੇਂ ਜਾਗਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ ਨੇ। ਮਹਾਰਾਜ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਸਿਮਰਨ ਕਰਕੇ ਇਹ ਸੁੱਤੇ ਹੋਏ ਮਨ ਨੂੰ ਜਗਾਓ। ਜਦੋਂ ਇਹ ਜਾਗੇਗਾ ਫਿਰ ਸਾਨੂੰ ਪਤਾ ਲੱਗਣਾ ਵੀ ਇਹ ਜਾਂਦਾ ਕਿੱਥੇ। ਆਓ ਹੁਣ ਜਗਾਉਣ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪ ਅਭਿਆਸ ਕਰਦੇ ਹੋ ਲਗਾਤਾਰ, ਇਹ ਆਪਣਾ ਮਨ ਜਾਗਤ ਅਵਸਥਾ 'ਚ ਹੁੰਦਾ। ਜਦੋਂ ਆਪਣਾ ਮਨ ਜਾਗੇਗਾ ਫਿਰ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਣੀ।
ਫਿਰ ਹੀ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ, ਜੇ ਮਨ ਜਾਗੇਗਾ। ਜਦ ਤੱਕ ਮਨ ਸੁੱਤਾ ਪਿਆ ਅਸੀਂ ਗੁਰਬਾਣੀ ਗੁਰੂ ਨੂੰ ਮੰਨਦੇ ਨਹੀਂ ਹੈ। ਜਿਵੇਂ ਬੱਚਾ ਹੈ, ਉਹ ਸੁੱਤਾ ਪਿਆ ਹੋਵੇ, ਸੁੱਤੇ ਨੂੰ ਆਪਾਂ ਜੋ ਮਰਜ਼ੀ ਆਖੀ ਚੱਲੀਏ, ਉਹਨੇ ਮਾਂ ਪਿਓ ਦਾ ਥੋੜ੍ਹੀ ਆਖੇ ਲੱਗਣਾ, ਕਿਉਂਕਿ ਉਹ ਤਾਂ ਸੁੱਤਾ ਪਿਆ। ਜਦੋਂ ਉਹ ਜਾਗੇਗਾ ਫਿਰ ਮਾਂ ਪਿਓ ਜੋ ਕਹਿਣਗੇ ਫਿਰ ਉਹਨਾਂ ਦਾ ਹੁਕਮ ਮੰਨੇਗਾ। ਹੁਣ ਇਸੇ ਤਰ੍ਹਾਂ ਹੀ ਸਾਰੀ ਗੁਰਬਾਣੀ ਇਹ ਸਾਡੇ ਮਨ ਨੂੰ ਉਪਦੇਸ਼ ਕਰਦੇ, ਮਨ ਨੂੰ ਸਮਝਾਉਂਦੇ। ਹੁਣ ਮਨ ਹੈ ਜਿਹੜਾ ਇਹ ਸੁੱਤਾ ਪਿਆ, ਸੁੱਤੇ ਨੂੰ ਜੋ ਮਰਜ਼ੀ ਆਖੀ ਚਲੋ, ਇਹਨੂੰ ਸਮਝ ਹੀ ਨਹੀਂ ਆਉਂਦੀ ਵੀ ਕੀ ਕਹਿੰਦੇ ਨੇ। ਜਦੋਂ ਮਨ ਜਾਗੇਗਾ ਫਿਰ ਜੋ ਕਹਿਣਗੇ ਫਿਰ ਇਹ ਮੰਨੇਗਾ। ਫਿਰ ਮਨ ਨੂੰ ਕਹਿਣਗੇ ਇਸ਼ਨਾਨ ਕਰ ਲਾ, ਫਿਰ ਇਹ ਇਸ਼ਨਾਨ ਕਰ ਲਏਗਾ। ਕਿੱਥੇ ਇਸ਼ਨਾਨ ਕਰਨ ਨੂੰ ਕਹਿਣਾ? ਅੰਮ੍ਰਿਤਸਰ 'ਚ ਇਸ਼ਨਾਨ ਕਰ ਲੈ। ਤੇਰੇ 'ਤੇ ਮੈਲ ਚੜ੍ਹ ਗਈ ਹੈ, ਮੈਲਾ ਹੋ ਗਈ, ਇਹ ਤੂੰ ਜਾ ਕੇ ਅੰਤਰਗਤ ਅੰਮ੍ਰਿਤਸਰ 'ਚ ਇਸ਼ਨਾਨ ਕਰ। ਤੇਰੇ 7 ਵਚਨ ਮੰਨ ਕੇ ਕਰ ਲਏਗਾ ਜਾ ਕੇ। ਜੇ ਹੁਣ ਸੁੱਤਾ ਪਿਆ ਇਹਨੂੰ ਕਹੀ ਜਾਈਏ ਇਸ਼ਨਾਨ ਕਰ ਲਾ, ਤੇ ਇਹਨੂੰ ਪਤਾ ਹੀ ਨਹੀਂ ਵੀ ਕਰਨਾ ਕਿੱਥੇ। ਪਹਿਲਾਂ ਤਾਂ ਸੁੱਤਾ ਹੋਇਆ, ਇਹ ਸੁਣੇਗਾ ਹੀ ਨਹੀਂ। ਫਿਰ ਜੇ ਸੁਣ ਵੀ ਗਿਆ ਤਾਂ ਇਹਨੂੰ ਪਤਾ ਨਹੀਂ ਲੱਗਣਾ ਵੀ ਉਹ ਅੰਮ੍ਰਿਤਸਰ ਹੈ ਕਿੱਥੇ ਹੈ ਜਿੱਥੇ ਮੈਂ ਇਸ਼ਨਾਨ ਕਰਨਾ। ਜਦੋਂ ਮਨ ਜਾਗੇਗਾ, ਜਾਣੀ ਦੀ ਜਾਗਣ ਤੋਂ ਬਾਅਦ ਫਿਰ ਇਸ਼ਨਾਨ ਕਰਤਾ। ਜਿਹਨੂੰ ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਈ। ਉਹ ਅੰਮ੍ਰਿਤਸਰ ਸਾਡੇ ਅੰਦਰ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਸਾਰੀ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ। ਇਸ ਲਈ ਫਿਰ ਜਿਵੇਂ ਹੁਣ ਆਪਾਂ ਸੰਸਾਰ ਦੇ ਵਿੱਚ ਕਿਰਤ ਕਰਦੇ ਹਾਂ, ਕਰਮ ਕਰਦੇ ਹਾਂ, ਇਹ ਤਨ ਮੈਲਾ ਹੋ ਜਾਂਦਾ। ਇਹ ਤਨ 'ਤੇ ਕੱਪੜਾ ਪਾਉਂਦੇ ਹਾਂ, ਕੱਪੜਾ ਮੈਲਾ ਹੋ ਜਾਂਦਾ। ਹੁਣ ਜੇ ਇਹਨੂੰ ਮੈਲ ਲੱਗ ਗਈ ਤਾਂ ਆਪਾਂ ਕੀ ਕਰਦੇ ਹਾਂ? ਇਸ਼ਨਾਨ ਕਰ ਲੈਂਦੇ, ਪਾਣੀ ਅਤੇ ਸਾਬਣ ਦੇ ਨਾਲ ਧੋ ਲੈਂਦੇ ਹਾਂ ਅਤੇ ਮੈਲ ਉਤਰ ਜਾਂਦੀ। ਹੁਣ ਇਸੇ ਤਰ੍ਹਾਂ ਹੀ ਸਾਡਾ ਮਨ ਹੈ। ਜਦੋਂ ਮਨ ਨੇ ਇੱਧਰ ਆਉਣਾ, ਇਹਦੇ 'ਤੇ ਜੇ ਮੈਲ ਲੱਗ ਵੀ ਗਈ ਹੈ ਤਾਂ ਕਿਹੜੀ ਵੱਡੀ ਗੱਲ ਹੈ, ਧੋ ਲਓ। ਪਰ ਧੋਣ ਦਾ ਤਰੀਕਾ ਹੋਣਾ ਚਾਹੀਦਾ। ਜੇ ਤਾਂ ਤਰੀਕਾ ਹੈ, ਜੁਗਤੀ ਹੈ, ਫਿਰ ਤਾਂ ਧੋ ਲਾਂਗੇ। ਜੇ ਨਹੀਂ ਆਉਂਦਾ ਫਿਰ ਉਹ ਮੈਲ ਦੇ ਉੱਤੇ ਮੈਲ ਹੋਰ ਚੜ੍ਹਦੀ ਜਾਂਦੀ, ਉੱਤੇ ਦੀ ਉੱਤੇ। ਜਿਵੇਂ ਕੱਪੜੇ ਨੂੰ ਜਾਂ ਤਨ ਨੂੰ ਧੋਈਏ ਨਾ, ਅਤੇ ਉਹ ਮੈਲ ਦੇ ਉੱਤੇ ਮੈਲ ਹੋਰ ਚੜ੍ਹਦੀ ਜਾਂਦੀ, ਫਿਰ ਹੋਰ ਰੋਗ ਲੱਗ ਜਾਂਦੇ, ਬਿਮਾਰੀਆਂ ਲੱਗ ਜਾਂਦੀਆਂ। ਹੁਣ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਨੂੰ ਧੋਣ ਦਾ ਤਰੀਕਾ ਹੈ, ਜੁਗਤੀ ਹੈ, ਹੁਨਰ ਹੈ, ਗੁਰ ਹੈ। ਉਹ ਸਾਨੂੰ ਸਿੱਖਣਾ ਪੈਂਦਾ। ਜਿਵੇਂ ਬੱਚਾ ਹੈ, ਪਹਿਲਾਂ ਤਾਂ ਮਾਂ ਪਿਓ ਨੂੰ ਆਪ ਨਵਾਉਂਦੇ, ਫਿਰ ਉਹਨੂੰ ਸਿਖਾਉਂਦੇ ਵੀ ਹੁਣ ਤੂੰ ਆਪ ਸਿੱਖ, ਆਪ ਇਸ਼ਨਾਨ ਕਰਨਾ। ਪਹਿਲਾਂ ਤੈਨੂੰ ਨਵਾਤਾ, ਠੀਕ ਹੈ, ਹੁਣ ਤੂੰ ਆਪ ਸਿੱਖ ਵੀ ਕਿਵੇਂ ਇਸ਼ਨਾਨ ਕਰਨਾ, ਕਿਵੇਂ ਕੱਪੜਾ ਪਾਉਣਾ, ਕਿਵੇਂ ਸਾਰਾ ਤੂੰ ਕੰਮ ਕਾਰ ਕਰਨਾ। ਹੁਣ ਤੂੰ ਆਪ ਸਿੱਖ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਸਾਨੂੰ ਸਿਖਾਉਂਦੇ, ਜਿਵੇਂ ਗੁਰਮੁਖ ਨੇ, ਸੰਤ ਸਾਧੂ ਜਨ, ਉਹ ਸਾਨੂੰ ਸਿਖਾਉਂਦੇ ਵੀ ਕਿਵੇਂ ਹੁਣ ਅਸੀਂ ਆਪਦੇ ਆਪ ਇਸ਼ਨਾਨ ਕਰਨਾ ਸਿੱਖਣਾ, ਕਿਵੇਂ ਅਸੀਂ ਪਹਿਨਣਾ ਸਿੱਖਣਾ ਸਾਹਿਬ ਸਲਾਹ ਦਾ ਕੱਪੜਾ, ਕਿਵੇਂ ਅਸੀਂ ਇਹ ਵਣਜ ਕਰਨਾ, ਵਪਾਰ ਕਰਨਾ, ਉਹ ਸਾਰਾ ਫਿਰ ਅਸੀਂ ਸਿੱਖਣਾ। ਅਤੇ ਉਹੀਓ ਫਿਰ ਆਪਾਂ ਨੂੰ ਸਤਿਗੁਰੂ ਸਿਖਾਉਂਦੇ ਸਾਡੇ ਜੀਵਨ ਦੀ ਜਾਂਚ। ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਂਚ। ਬਈ ਗੁਰੂ ਦੀ ਮੱਤ ਦੁਆਰਾ ਸਾਨੂੰ ਜਿਉਣਾ ਆ ਜੀ, ਸਾਨੂੰ ਜਿਉਣ ਦਾ ਚੱਜ ਆ ਜੀ, ਸਾਨੂੰ ਢੰਗ ਆ ਜੀ। ਉਹ ਫਿਰ ਜੇ ਅਸੀਂ ਸਿੱਖ ਲਿਆ ਅਤੇ ਫਿਰ ਸੰਸਾਰ ਦੇ ਵਿੱਚ ਐਸੀ ਕੋਈ ਮੈਲ ਨਹੀਂ ਜਿਹੜੀ ਸਾਡੇ 'ਤੇ ਲੱਗੀ ਰਹਿ ਜੇ। ਜਿਹਨੂੰ ਤਰੀਕਾ ਆਉਂਦਾ, ਐਸਾ ਕੋਈ ਕਰਮ ਨਹੀਂ ਵੀ ਜਿਹਦੀ ਮੈਲ ਲੱਗੀ ਹੋਈ ਸਾਡੇ ਮਨ 'ਤੇ ਰਹਿ ਜੇਗੀ। ਉਹ ਆਪਾਂ ਸਿੱਖ ਲਿਆ ਗੁਰੂ ਦੀ ਮੱਤ ਦੁਆਰਾ। ਜੇ ਮੈਲ ਲੱਗ ਗਈ ਅਤੇ ਇਸ਼ਨਾਨ ਕਰ ਲਓ ਅਤੇ ਸਾਰੀ ਮੈਲ ਲੈ ਜਾਂਦੀ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਹੁਣ ਆਪਾਂ ਸਿੱਖਣਾ, ਇਹ ਆਪਾਂ ਖੋਜ ਕਰਨੀ ਵੀ ਅਸੀਂ ਹੁਣ ਇਹ ਦੇਹ ਛੱਡਣ ਤੋਂ ਮਗਰੋਂ ਕਿੱਥੇ ਜਾਂਦੇ ਹਾਂ, ਕਿਵੇਂ ਦੇਹ ਨੂੰ ਛੱਡਦੇ ਹਾਂ, ਇਹ ਹੁਣ ਅਸੀਂ ਖੁਦ ਛੱਡਣਾ ਸਿੱਖਣ।
ਪਹਿਲਾਂ ਤਾਂ ਆਪਾਂ ਨੂੰ ਕਾਲ ਛਡਾਉਂਦਾ ਹੈ, ਹੁਣ ਇਹ ਆਪਾਂ ਆਪ ਸਿਮਰਨ ਕਰਕੇ ਇਹਨੂੰ ਛੱਡਣਾ ਸਿੱਖਣਾ। ਜੇ ਹੁਣ ਆਪਾਂ ਇਸ ਸਰੀਰ ਨੂੰ ਛੱਡਣਾ ਸਿੱਖ ਲਾਂਗੇ, ਆਪਦੇ ਆਪ ਅਸੀਂ ਦੇਹ ਤੋਂ ਵਧੇਹ ਹੋਣਾ ਸਿੱਖ ਲਾਂਗੇ, ਫਿਰ ਸਾਨੂੰ ਅੱਗੇ ਸੌਖਾ ਹੋ ਜਾਏਗਾ। ਜਿਵੇਂ ਹੁਣ ਇਹ ਸਰੀਰ ਹੈ, ਇਹਦੇ 'ਚ ਤਾਂ ਰੋਗ ਲੱਗਣੇ ਹੀ ਲੱਗਣੇ, ਬੜੇਪਾ ਆਉਣਾ ਤੇ ਇਹਨੇ ਰੋਗੀ ਹੋਣਾ। ਇਹ ਰੋਗ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਵੀ ਠੀਕ ਹੋ ਜਾਣਾ, ਇਹਨੇ ਠੀਕ ਨਹੀਂ ਹੋਣਾ। ਜੇ ਅਸੀਂ ਇਹਨੂੰ ਛੱਡਣਾ ਸਿੱਖਿਆ ਹੋਏਗਾ, ਅਸੀਂ ਇਹਨੂੰ ਛੱਡ ਕੇ ਪਾਸੇ ਹੋ ਜਾਵਾਂਗੇ। ਜਿਹਦਾ ਹੈਗਾ ਉਹ ਆਪੇ ਠੀਕ ਕਰਾਈ ਜਾਵੇ। ਤੇ ਹੈ ਕਿਹਦਾ? ਕਾਲ ਦਾ। ਜਿਹਦਾ ਹੈਗਾ ਉਹ ਠੀਕ ਕਰਾਉਣਾ ਕਰਾਵੇ, ਨਹੀਂ ਕਰਾਉਣਾ ਨਾ ਕਰਾਵੇ। ਆਪਾਂ ਛੱਡ ਕੇ ਇਹਨੂੰ ਪਾਸੇ ਹੋ ਗਏ ਆਪਦੇ ਘਰ ਬੈਠ ਕੇ। ਆਪਾਂ ਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਜੇ ਹੁਣ ਅਸੀਂ ਛੱਡਣਾ ਨਹੀਂ ਸਿੱਖਿਆ, ਫਿਰ ਅਸੀਂ ਕਹਾਂਗੇ ਮੇਰਾ ਹੈ, ਵੀ ਮੇਰੇ ਇੱਥੇ ਦਰਦ ਹੁੰਦਾ, ਇੱਥੇ ਦੁਖਦਾ, ਮੇਰਾ ਠੀਕ ਹੋਵੇ। ਉਹ ਅਸੀਂ ਚਿੰਤਾ ਫਿਕਰ ਕਰਾਂਗੇ, ਅਸੀਂ ਹੋਰ ਦੁਖੀ ਹੋਵਾਂਗੇ। ਅਤੇ ਮਹਾਰਾਜ ਕਹਿੰਦੇ ਤੁਹਾਡਾ ਹੈ ਹੀ ਨਹੀਂ, ਤੁਸੀਂ ਇਹਨੂੰ ਛੱਡਣਾ ਸਿੱਖੋ, ਇਹਨੂੰ ਖਾਲੀ ਕਰੋ। ਜੇ ਅਸੀਂ ਹੁਣ ਕਰ ਲਾਂਗੇ, ਹੁਣ ਤਾਂ ਥੋੜ੍ਹੀ ਤਕਲੀਫ ਹੈ। ਜੇ ਹੁਣ ਨਹੀਂ ਅਸੀਂ ਖਾਲੀ ਕਰਦੇ, ਜਦੋਂ ਫਿਰ ਅੰਤ ਸਮਾਂ ਆਇਆ, ਉਹ ਜਮਾ ਨਹੀਂ ਖਾਲੀ ਕਰਾਉਣਾ। ਜਦੋਂ ਉਹ ਖਾਲੀ ਕਰਾਉਂਦੇ, ਅਸੀਂ ਛੱਡਣਾ ਸਿੱਖਿਆ ਨਹੀਂ ਇਹਨੂੰ। ਸਾਡੀ ਜਿਹੜੀ ਸੁਰਤੀ ਫਿਰ ਉਹ ਰੋਮਾਂ ਰੋਮਾਂ 'ਚ ਸਮਾਈ ਹੁੰਦੀ, ਕਿਉਂਕਿ ਇਹਨੂੰ ਅਸੀਂ ਖਾਲੀ ਕੀਤਾ ਨਹੀਂ, ਆਪ ਕਰਨਾ ਸਿੱਖਿਆ ਨਹੀਂ। ਫਿਰ ਉਹ ਜਿਹੜੇ ਜੰਮ ਨੇ ਉਹ ਜਦੋਂ ਕੱਢਦੇ, ਉਹ ਤਾਂ ਫਿਰ ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਜਾਨਵਰਾਂ ਦੀ ਜਾਂ ਜੀਵਾਂ ਦੀ ਖੱਲ ਲਾਉਂਦੇ, ਉਹ ਇਸ ਤਰ੍ਹਾਂ ਫਿਰ ਜਦੋਂ ਸੁਰਤੀ ਨੂੰ ਵਿੱਚੋਂ ਕੱਢਦੇ, ਉਹ ਇੰਨੀ ਤਕਲੀਫ, ਇੰਨਾ ਦਰਦ ਹੁੰਦਾ ਇਹਨੂੰ ਵੀ ਜਿਹੜਾ ਸਹਿਣਾ ਬਹੁਤ ਔਖਾ ਹੁੰਦਾ। ਮਹਾਰਾਜ ਕਹਿੰਦੇ ਜਿੰਦ ਨਾ ਮਾਣੀ ਕੱਢੀਏ ਹੱਡਾਂ ਕੂ ਕੜਕਾਏ। ਬਈ ਜਦੋਂ ਇਹਦੇ ਵਿੱਚੋਂ ਮਨ ਨੂੰ, ਜਿੰਦ ਨੂੰ ਕੱਢਿਆ ਜਾਂਦਾ ਨਾ, ਤੇ ਫਿਰ ਉਹ ਜਿਹੜੀ ਤਕਲੀਫ ਉਹ ਸਹਿਣੀ ਬੜੀ ਔਖੀ। ਤਾਂ ਫਿਰ ਕਹਿੰਦੇ ਵੀ ਇਹਨੂੰ ਛੱਡਣਾ ਆਪ ਸਿੱਖ ਲਓ। ਜੇ ਅਸੀਂ ਸਿੱਖਿਆ ਹੋਏਗਾ ਤੇ ਅਸੀਂ ਆਪਦੇ ਆਪ ਹੀ ਛੱਡ ਕੇ ਪਾਸੇ ਹੋ ਜਾਵਾਂਗੇ। ਸੋ ਤਾਂ ਕਰਕੇ ਹੁਣ ਇਹ ਆਪਾਂ ਸਾਰਾ ਸਿੱਖਣਾ, ਭੇਤ ਲੈਣਾ, ਤੇ ਉਹਦੇ ਵਾਸਤੇ ਸਿਮਰਨ ਕਰਨਾ, ਵੱਧ ਤੋਂ ਵੱਧ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਅਤੇ ਆਪਾਂ ਇਹ ਗਿਆਨ ਨੂੰ ਕਮਾ ਕੇ ਇਹ ਦੇਹ ਤੋਂ ਵਧੇਹ ਹੋਣਾ ਸਿੱਖ ਲਈਏ ਅਤੇ ਆਪਦੇ ਘਰ ਚਲੇ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।